मारू महला नाम हर को नाम सदा सुखदाई। जाको सिमर अजामल उदरियो गन काहूँ गात पाई। रहाओ पंचाली को राज सभा मह राम नाम सुध्याई। ताको दुख हरियो करना मैं अपनी पैज बढ़ाई। जेह नार जस कृपा निध गायो ताको भयो सहाई। कहो नानक मैं यही भरोसा गही आन सरणाई। कहो नानक मैं यही भरोसा गही आन सरणाई। सतगुरु गरीब नवाज पतत पावन निरंकार काल पुरख गुरु नानक पातशाह ते गुरु गोबिंद सिंह दसे ਸਰੂਪ ਸਮੂਹ ਭਗਤਾਂ ਸ਼ਕਤੀਆਂ ਤੇ ਸਮੂਹ ਗ੍ਰੰਥਾਂ ਦਾ ਇਕੱਠ ਜੋੜ ਹਾਜ਼ਰਾ ਹਜ਼ੂਰ ਸ਼ਬਦ ਅਵਤਾਰ ਜੁਗੋ ਜੁਗ ਅਟਲ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਹਰ ਰੋਜ਼ ਦੀ ਆਪ ਹਰਤਾਰਾ ਆਪ ਜੀ ਗੁਰੂ ਕਿਰਪਾ ਦੇ ਪਾਤਰ ਬਣ ਕੇ ਗੁਰੂ ਬਖਸ਼ਿਆ ਸਰੀਰ ਲੈ ਕੇ ਕਦਮ ਸਫਲੇ ਬਣਾ ਕੇ ਗੁਰੂ ਦੇ ਸਨਮੁਖ ਸਜੇ ਦਰਬਾਰ ਵਿੱਚ ਸੰਗਤ ਰੂਪ ਹੋ ਕੇ ਮਿਲ ਕੇ ਬੈਠੇ ਹੋ। ਭਾਗਾਂ ਵਾਲੀਆਂ ਆਤਮਾ ਨੇ ਗੁਰਬਾਣੀ ਦਾ ਨਿਤਨੇਮ ਕੀਤਾ ਹੈ, ਕੁਝ ਕੀਰਤਨ ਕੀਤਾ ਤੇ ਸੁਣਿਆ, ਅਰਦਾਸ ਵਿੱਚ ਹਾਜ਼ਰੀ ਲਵਾਈ ਹੈ ਤੇ ਗੁਰੂ ਕਾ ਮੁਖ ਵਾਕ ਆਖਰੀ ਪੰਕਤੀਆਂ ਸੀ। ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਣਾ। ਜਿਨ੍ਹਾਂ ਨੇ ਹਰੀ ਦਾ ਸਿਮਰਨ ਕੀਤਾ ਉਹਨਾਂ ਦੀਆਂ ਉਪਾਧੀਆਂ ਗਤ ਨਾਸ ਹੋ ਗਈਆਂ ਤੇ ਵੱਡੇ ਭਾਗਾਂ ਵਾਲਿਆਂ ਨੇ ਹਰੀ ਦਾ ਸਿਮਰਨ ਕੀਤਾ ਹੈ। ਇਸ ਪ੍ਰਕਾਰ ਹੁਕਮਨਾਮੇ ਵਿੱਚ ਇੱਕ ਪੰਕਤੀ ਆਪ ਜੀ ਯਾਦ ਰੱਖ ਲਓ ਤੇ ਬੇਅੰਤ ਹੈ। ਮੁਖ ਵਾਕ ਤੋਂ ਪਰੰਤ ਲੜੀ ਵਾਰ ਚੱਲਦਾ ਰਿਹਾ ਬਾਣੀ ਦਾ ਪਾਠ। ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਆਰੰਭ ਹੋਈ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਕਿਰਪਾ ਕਰਕੇ ਬਾਣੀ ਦੇ ਆਚਾਰੀ ਰਸਨਾ ਤੋਂ ਲਿਖਵਾਈ ਭਾਈ ਗੁਰਦਾਸ ਜੀ ਤੋਂ ਤੇ ਵਿੱਚ ਵਿੱਚ ਰਾਗਾਂ ਦੇ ਕੁਝ ਥਾਂ ਖਾਲੀ ਛੁਡਵਾ ਦਿੱਤੇ ਜੀ। ਕਾਹਦੇ ਵਾਸਤੇ? ਜਦੋਂ ਨੌਵਾਂ ਸਰੂਪ ਧਾਰਾਂਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਰੂਪ ਹੋਵਾਂਗੇ ਉਦੋਂ ਬਾਣੀ ਉਚਾਰਨੀ ਉਹ ਇੱਥੇ ਦਰਜ ਹੋਵੇਗੀ। ਕਿੰਨੀ ਅੰਤਰਜਾਮਤਾ ਅਤੇ ਕਿੰਨੀ ਗੰਭੀਰ ਸ਼ਕਤੀ ਹੈ। ਉਹਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਸਲਾਹ ਲੈਣ ਦੀ ਲੋੜ ਨਹੀਂ ਵੀ ਉਹ ਪੂਛ ਨਾ ਮਸਲਤ ਧਰੇ ਜੋ ਕੁਛ ਕਰੇ ਸੋ ਆਪੇ ਕਰੇ। ਵੀ ਉਹ ਨਾਮ ਦੂਜੇ ਦਾ ਹੁੰਦਾ, ਮਸਲਤ ਸਲਾਹ ਨਹੀਂ ਕਰਦਾ। ਸਭ ਕੁਛ ਕਰਨ ਕਾਰਨ ਸਮਰੱਥ ਹੈ। ਇਹ ਬਾਣੀ ਦਰਜ ਕਰਵਾਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਸੰਪੂਰਨਤਾ ਕਰਵਾਈ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਨਾਵੇਂ ਪਾਤਸ਼ਾਹ ਦੀ ਬਾਣੀ ਤੇ ਸਲੋਕ 115 ਜਾਂ 16 ਇੱਥੇ ਤੱਕ ਹਨ। ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ। ਇਸ ਰਾਗ ਅੰਦਰ ਇਹ 3 ਸ਼ਬਦ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨੇ। ਆਰੰਭ 'ਚ ਆਪ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਜੀ ਤੇ ਫਿਰ 10ਵੇਂ ਪਾਤਸ਼ਾਹ ਲਿਖ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੋ ਨਿਰੰਕਾਰ ਕਾਲ ਪੁਰਖ ਏਕ ਹੀ ਹੈ। ਵੰਡਾ ਨਾ ਉਰੀਆਂ ਪਾਓ ਸਤ ਨਾਸ ਤੋਂ ਰਹਿ ਦਿਆ ਟਲ ਰਹਿਣ ਵਾਲਾ ਗੁਰ ਵੱਡਾ ਹੈ। ਪ੍ਰਸਾਦ ਕਿਰਪਾ ਕਰਨ ਵਾਲਾ ਤੇ ਮਾਰੂ ਰਾਗ ਹੈ। ਮਹੱਲਾ ਨਾਵਾਂ ਨਾਵੇਂ ਪਾਤਸ਼ਾਹ ਗੁਰੂ ਨਾਨਕ ਦੀ ਨਾਮੀ ਜੋਤ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ। ਆਰੰਭ ਵਾਲੀ ਪੰਕਤੀ ਹਰ ਕੋ ਨਾਮ ਸਦਾ ਸੁਖਦਾਈ। ਛੋਟੇ ਛੋਟੇ ਜੀਵਾਂ ਤੋਂ ਲੈ ਕੇ ਤੇ ਬੰਦਿਆਂ ਮਨੁੱਖਾਂ ਤੇ ਰਾਜਿਆਂ ਤੱਕ ਕਿਹੜਾ ਜਿਹੜਾ ਸੁੱਖ ਨਹੀਂ ਚਾਹੁੰਦਾ।
ਦੁੱਖ ਕੋਈ ਨਹੀਂ ਮੰਗਦਾ ਤੇ ਬਿਨਾਂ ਵਜ੍ਹਾ ਹੀ ਦੁੱਖ ਮਿਲ ਜਾਂਦੇ ਨੇ। ਕਰਮਾਂ ਦਾ ਭੋਗ ਹੈ, ਭੋਗੇ ਬਿਨਾਂ ਭਾਗੇ ਨਹੀਂ, ਕਰਮ ਗਤੀ ਬਲਵਾਨ। ਜਿਹੜਾ ਜੀਵ ਸੁਖ ਮਾਇਆ ਤੋਂ ਚਾਹੁੰਦਾ ਗਲਤੀ ਕਰਦਾ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ। ਦੋਹਾਂ ਵਿਵਸਥਾ ਤੇ ਜੋ ਸੋਈ ਸੁਹੇਲਾ ਭਲੀ ਹੈ। ਦੋਹਾਂ ਵਿਵਸਥਾ ਤੋਂ ਜਿਹੜਾ ਰਹਿਤ ਹੈ ਉਹ ਸੁਹੇਲਾ ਸੁਖੀ ਹੈ। ਬਹੁਤੀ ਵਾਲਾ ਵੀ ਦੁਖੀ ਹੈ ਤੇ ਘੱਟ ਵਾਲਾ ਵੀ ਦੁਖੀ ਹੈ। ਭਾਣਾ ਮਰਨ ਵਾਲਾ ਸੁਖੀ ਹੈ। ਦੋਹਾਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਲੀ ਹੈ, ਉਹ ਸੁਹੇਲਾ ਸੁਖੀ ਹੈ। ਇੱਥੇ ਅਵਸਥਾ ਕਿਹਦੀ ਪਹੁੰਚੇਗੀ? ਪਰਮੇਸ਼ਰ ਦੇ ਨਾਮ ਜਪਣ ਨਾਲ। ਨਹੀਂ ਤੇ ਇਹ ਤ੍ਰਿਸ਼ਨਾ ਦਿਨ ਰਾਤ ਵਧੀ ਜਾਂਦੀ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਭਾਗਾਂ ਵਾਲਿਆਂ ਦੀ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਵਾਰਸ ਬਣਨਾ ਕੁਛ ਛੋਟੀ ਸ਼ਕਤੀ ਹਸਤੀ ਨਹੀਂ ਸੀ। ਗਿਆਨੀ ਗਿਆਨ ਸਿੰਘ ਜੀ ਨੇ ਵੀ ਤਵਾਰੀਖ ਵਿੱਚ ਲਿਖਿਆ ਹੈ, ਦੀਰਘਦਰਸ਼ੀ ਰਾਜਾ ਤੇ ਸਤਿਆਵੰਤੀ ਰਾਣੀ ਹੈ, ਤੇ ਰਾਜ ਭਾਗ ਤਿਆਗ ਕੇ, ਛਿੱਤਰ ਮਾਰ ਕੇ, ਠੁੱਡ ਮਾਰ ਕੇ, ਸਭ ਕੁਝ ਛੱਡ ਕੇ ਤੇ ਜੰਗਲਾਂ 'ਚ ਜਾ ਕੇ ਘੋਰ ਤਪੱਸਿਆ ਦੀ ਬੰਦਗੀ ਕੀਤੀ। ਕਿਹਦੇ ਵਿੱਚ ਹੌਸਲਾ ਹੈ? ਨਿੱਕੀਆਂ ਨਿੱਕੀਆਂ ਚੌਧਰਾਂ 'ਤੇ ਟਿਊ ਫੁੱਲ ਜਾਂਦੇ ਹੈ। ਹਜ਼ੂਰ ਕਹਿੰਦੇ, ਭਗਤ ਜੀ ਕਹਿੰਦੇ, ਕਾਹੀਂ ਭਈਆ ਫਿਰ ਤੋਂ ਫੂਲਿਆ ਫੂਲਿਆ, ਜਬ 10 ਮਾਸ ਉਰਦਮੁਖ ਰਹਿਤਾ, ਸੋਧਨ ਕੈਸੇ ਭੂਲਿਆ। ਕੀ ਪ੍ਰਫੁੱਲਤ ਹੋਇਆ ਫਿਰਦਾ ਹੈ। ਇਸ ਪ੍ਰਕਾਰ ਮਾਣ ਹੰਕਾਰ ਨਹੀਂ ਕਰਨਾ ਚਾਹੀਦਾ। ਘੋਰ ਤਪੱਸਿਆ ਕਰਨ ਤੋਂ ਪਰਮੇਸ਼ਰ ਕਾਲ ਪੁਰਖ ਪ੍ਰਸੰਨ ਹੋਇਆ ਤੇ ਵਰ ਮੰਗਲ ਨਹੀਂ ਕਿਹਾ, ਤੇ ਸਾਡੇ ਪ੍ਰਗਟ ਹੋਣ ਦਾ ਵਰ ਲੈ ਲਿਆ। ਆਪ ਜੈਸਾ ਪ੍ਰਤਾਪੀ ਪੁਰਖ ਸਾਡੇ ਘਰ ਪੁੱਤਰ ਪੈਦਾ ਹੋਵੇ। ਜਾਂ ਹੋਰ ਗ੍ਰੰਥਾਂ 'ਚ ਲਿਖਿਆ ਹੈ ਕਿ ਸਮੁੰਦ ਰਿਖੀ ਨਾਮੇ ਮਹਾਤਮਾ, ਬੜੀ ਘੋਰ ਤਪੱਸਿਆ ਹੈ। ਨੇਤਰ ਬੰਦ ਕਰਕੇ ਸਭ ਦੁਨੀਆ ਦੇ ਰਸਾਂ ਕਥਾ ਨੂੰ ਛੱਡ ਕੇ ਤੇ ਬੰਦਗੀ ਨਾਲ ਜੁੜਿਆ ਹੈ। ਬਾਣੀ 'ਚ ਭਗਤੀਆਂ ਭਗਤਾਂ ਤੈਂ ਸੈ ਸਾਰੀਆਂ ਜੋੜ ਕਦੇ ਨਾ ਆਇਆ, ਕਰਤਾ ਆਪਾ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ। ਭਗਤਾਂ ਕੀ ਚਾਲ ਨਰਾਲੀ, ਚਾਲਾਂ ਨਰਾਲੀ ਭਗਤਾਂ ਹਾਂ ਕੇਰੀ, ਬਿਖਮ ਮਾਰਗ ਚਲਣਾ, ਬਿਖਮ ਕਟਣਾ ਔਖੇ ਰਸਤੇ। ਕੀ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਚੁੱਪ ਨਹੀਂ ਵੜਦੇ ਤੇ ਬਹੁਤਾ ਨਹੀਂ ਬੋਲਦੇ। ਭਗਤਾਂ ਦੀ ਚਾਲ ਦੁਨੀਆ ਨਾਲੋਂ ਵੱਖਰੀ ਹੁੰਦੀ ਹੈ। ਇਸ ਪ੍ਰਕਾਰ ਸਮੁੰਦਰ ਕੀ ਬੰਦਗੀ ਜੁੜਿਆ ਹੈ। ਦੈਂਤਾਂ ਦੀ ਤੇ ਦੇਵਤਿਆਂ ਦੀ ਸ਼ੁਰੂ ਤੋਂ ਲੱਗਦੀ ਆਈ ਹੈ। ਝਗੜੇ ਝਾਂਜੇ ਹੁੰਦੇ ਆਏ ਨੇ, ਕਦੇ ਦੇਵਤੇ ਜਿੱਤ ਗਏ ਤੇ ਕਦੇ ਦੈਂਤ ਜਿੱਤ ਗਏ। ਇਸ ਪ੍ਰਕਾਰ ਇੱਕ ਦਿਨ ਨਹਾਵਣ ਆਈ ਦੁਰਗਸ਼ਾਹ, ਇੰਦਰ ਬਿਰਥਾ ਸੁਣਾਈ ਆਪਣੀ ਹਾਲ ਦੀ। ਛੀਨ ਲਈ ਠਕਰਾਈ ਸਾਤੇ ਦਾਨਵੀ, ਦੋਹੀ ਹੀ ਫਰਾਈ ਆਪਣੀ। ਬੈਠਾ ਵਾਏ ਵਧਾਈ ਤੇ ਅਮਰਾਵਤੀ ਤਾਦਕ। ਇੰਦਰ ਦੇਵਤੇ ਨੇ ਪੁਕਾਰ ਕੀਤੀ, ਬੇਨਤੀ ਕੀਤੀ, ਹੈ ਦੁਰਗਸ਼ਾਹ ਮੈਂ ਮਾਤਾ ਤੇਰੀ ਸ਼ਰਣੀ ਪਿਆ। ਦੇਵਤਿਆਂ ਮੇਰਾ ਰਾਜ, ਦੈਂਤਾਂ ਮੇਰਾ ਰਾਜ ਖੋਹ ਲਿਆ ਹੈ, ਮੇਰੀ ਸਹਾਇਤਾ ਕਰ। ਸਹਾਇਤਾ ਵਾਸਤੇ ਉਹ ਦੁਰਗਾ ਚੜ੍ਹ ਕੇ ਆਏ ਸੀ, ਹੱਥ ਵਿੱਚ ਤਲਵਾਰ ਕਿਰਪਾਨ ਲੈ ਕੇ। ਤੇ ਕਿਰਪਾਨ ਰੂਪ ਦੇਵੀ ਸ਼ਕਤੀ ਹੈ ਜਿਹੜੀ ਮਹਾਰਾਜ ਸਾਹਿਬ ਤੁਹਾਡੇ ਗਾਤਰੇ ਪਵਾਈ ਹੈ। ਇਹਨੂੰ ਪਾ ਕੇ ਰੱਖਣਾ, ਸਤਿਕਾਰ ਕਰਨਾ, ਜੂਠੇ ਹੱਥ ਨਹੀਂ ਲਾਉਣੇ। ਇਹ ਚੰਡਕਾ ਦੰਡਕਾ ਦੁਸ਼ਟ ਦਮਨੀ, ਹਰੇ ਦੁਸ਼ਟ ਦੋਖੀ ਜਵਾਲ ਬੰਮਨੀ, ਰਹੇ ਮਿਆਨ ਮਦੰਗ ਸਮੇਂ ਦੁਸ਼ਟ ਕਾਏ। ਇਹੀ ਆਦਿ ਸ਼ਕਤੀ ਭਵਾਨੀ ਕਹਾਏ। ਐਵੇਂ ਕਿਤੇ ਨਾਇਕ ਚਾਕੂ ਨਾ ਸਮਝ ਲਿਓ ਕਿ ਸ਼ਾਇਦ ਲੜਨ ਵਾਸਤੇ, ਕਿਸੇ ਨੂੰ ਮਾਰਨ ਵਾਸਤੇ ਹੀ ਹੈ। ਜੁਰਮ ਦੇ ਨਾਸ ਨੂੰ ਵਰਤੀ ਜਾਣੀ ਮਾੜੀ ਗੱਲ ਨਹੀਂ, ਧਰਮ ਦੀ ਰੱਖਿਆ ਲਈ ਵਰਤੀ ਜਾਣੀ ਕੋਈ ਮਾੜੀ ਗੱਲ ਨਹੀਂ। ਮੂਰਖ ਗੰਢ ਪਵੇ ਮੂੰਹ ਮਾਰ। ਇਸ ਪ੍ਰਕਾਰ ਦੇਵੀ ਦੁਰਗਾ ਦੇਵਤਿਆਂ ਦੀ ਸਹਾਇਤਾ ਲਈ ਦੈਂਤਾਂ ਦੇ ਵਿਰੁੱਧ ਜੰਗ ਯੁੱਧ ਵਿੱਚ ਆਣ ਕੁੱਦੀ ਹੈ। ਬੜੇ ਦੈਂਤ ਵੱਡੇ ਨੇ, ਦੈਂਤਾਂ ਦੀ ਵੀ ਮਾਇਆ ਹੈ। ਰਕਤ ਬੀਜ ਆਦਿਕ ਹੋਰ ਦੈਂਤ ਵੱਢਦੀ ਹੈ, ਲਹੂ ਖੂਨ ਨਿਕਲਦਾ। ਜਿੰਨੀਆਂ ਬੂੰਦਾਂ ਡਿੱਗਦੀਆਂ ਉਨੇ ਦੈਂਤ ਹੋਰ ਬਣੀ ਜਾਂਦੇ ਹੈ। ਬੜੀ ਹੈਰਾਨ ਹੋਈ, ਵੱਢ ਵੱਢ ਥੱਕ ਗਈ ਹੈ। ਫਿਰ ਸਾਹ ਦਮ ਲੈਣ ਵਾਸਤੇ ਸ਼ਬਨ ਹੋ ਗਈ। ਉਹ ਲੱਭਦੇ ਦੈਂਤ ਪਹੁੰਚੇ ਨੇ ਸਮੁੰਦਰ ਕੀ ਸਮਾਧੀ ਸਥਿਤ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਿਛਲੇ ਜਨਮ ਦੇ ਵਿੱਚ ਗ੍ਰੰਥਾਂ ਅਨੁਸਾਰ ਆਣ ਮੋਢਿਆਂ ਤੋਂ ਹਿਲਾਇਆ, ਅੱਖ ਖੁੱਲ੍ਹੀ, ਕੋਈ ਦੈਂਤੋ ਮੈਨੂੰ ਕੋ ਤੰਗ ਕਰਦੇ ਹੋ। ਇੱਕ ਬੀਬੀ ਜਨਾਨੀ ਬਹੁਤ ਬਲ ਵਾਲੀ ਬਹਾਦਰ ਹੈ, ਉਹਨੇ ਸਾਨੂੰ ਬੜਾ ਤੰਗ ਕੀਤਾ ਹੈ, ਅਸੀਂ ਉਹਨੂੰ ਛੱਡਣਾ ਨਹੀਂ। ਤੈਨੂੰ ਪਤਾ ਹੋਣਾ ਕਿੱਧਰ ਗਈ ਹੈ, ਦੱਸ ਸਾਨੂੰ।
ਅੰਤਰ ਧਿਆਨ ਹੋ ਕੇ ਵੇਖਿਆ, ਦੈਂਤੋ ਸੁਧਾਰ। ਉਹਨੂੰ ਬੀਬੀ ਨਾ ਸਮਝੋ, ਤੁਹਾਡਾ ਕਾਲ ਹੈ, ਉਹ ਸ਼ਕਤੀ ਹੈ। ਜਾਓ ਰਮਾਨ ਨਾਲ ਆਪਣੇ ਘਰਾਂ ਨੂੰ ਚਲੇ ਜਾਓ। ਸਿਆਣਿਆਂ ਦਾ ਕਥਨ ਹੈ, ਮਤ ਦਿੱਤੀ ਕਮਜਾਤ ਨੂੰ, ਭੌਂਕੇ ਪੈ ਗਈ ਆਪ ਨੂੰ। ਤੇ ਭਗਤ ਜੀ ਕਹਿੰਦੇ, ਰਾਮ ਰਮੇ ਰਮ ਰਹੀਏ, ਸਾਖਤ ਸੋ ਭੂਲ ਨਹੀਂ ਕਹੀਏ। ਰਾਮ ਰਾਮ ਜਪੀ ਚਲੋ, ਸਾਖਤ ਕਠੋਰ ਚਿਤ ਪਾਪੀ ਪਾਮਰ ਨੂੰ ਭੁੱਲ ਕੇ ਵੀ ਕਦੇ ਸਿੱਖਿਆ ਨਾ ਦਿਓ। ਜੈਸੇ ਤੈਸੇ ਪੁਰਖ ਦੇ ਉਪਦੇਸ਼ ਨਾ ਸੰਤ, ਮੂਰਖ ਕਪ ਬਿਨ ਗ੍ਰਹਿ ਕੀਆ, ਜੋ ਚਟਕਾ ਗ੍ਰਹਿਵੰਤ। ਬਾਂਦਰ ਠੰਡ ਵਿੱਚ ਕੁੰਗੜਿਆ ਹੋਇਆ ਸੀ ਤੇ ਝਟਕਾ ਚਿੜੀ ਸਿੱਖਿਆ ਦੇ ਬੈਠੀ ਕਮਲਿਆ। ਮੇਰਾ ਨਿੱਘਾ ਜਿਹਾ ਸਰੀਰ, ਮੈਂ ਕੱਖ ਤੋੜ ਕੇ ਆਲਣਾ ਬਣਾ ਕੇ ਨੰਦ ਨੰਦ ਜਿਹੜੇ 'ਚ ਬੈਠੀ ਆ, ਤੂੰ ਬੰਦਿਆਂ ਵਰਗਾ ਹੈ। ਚੰਗੇ ਭਲੇ ਤੇਰੇ ਹੱਥ, ਕੋਈ ਘਰ ਬਣਾਉਣੋਂ ਹਿੱਦਾਂ ਤਾਂ ਨਾ ਤੇਰੇ ਨਾਲ ਹੁੰਦੀ। ਕਹਿੰਦਾ ਜੇ ਮੈਂ ਆਪਣਾ ਘਰ ਨਹੀਂ ਬਣਾਇਆ ਤਾਂ ਤੇਰਾ ਖੋਹ ਦੇਣਾ ਹੈ। ਰੁੱਖ ਚੜ੍ਹ ਕੇ ਖੋਹ ਦਿੱਤਾ ਸੀ, ਹਾਲਾਤ ਹੋਈ ਸੀ। ਇਤ ਆਦ ਦਿੱਤੀ ਦੇ ਮੱਤ ਸੀ, ਪਰ ਉਹਦੇ ਦਿਵਾਲੇ ਹੋ ਕੇ ਸ਼ਸਤਰ ਖਿੱਚ ਕੇ ਤੈਨੂੰ ਹੀ ਮਾਰ ਦੇਣਾ। ਤੂੰ ਸਾਨੂੰ ਡਰਾਉਣਾ। ਉਸ ਵਕਤ ਕਹਿੰਦਾ, ਮੈਨੂੰ ਸਮਾਂ ਦੇਵੋ। ਸਮਾਂ ਮਿਲ ਗਿਆ। ਅਕਾਲ ਨਿਰੰਕਾਰ ਦੇ ਚਰਨਾਂ 'ਚ ਬੇਨਤੀ ਕੀਤੀ ਸਮੁੰਦਰ ਰਿਖੀ ਨੇ, ਇਹ ਮੂਰਖ ਮੇਰੇ ਦਿਵਾਲੇ ਹੋ ਗਏ, ਮੇਰੀ ਸਹਾਇਤਾ ਕਰੋ। ਉਸ ਮੌਕਾ ਆਵਾਜ਼ ਆਈ, ਕੋ ਸਾਨੂੰ ਪ੍ਰਗਟ ਹੋਣ ਦਾ ਬਹਾਨਾ ਦੇ। ਕੀ ਬਹਾਨਾ ਦੇਵਾਂ? ਤੇਰੇ ਥੱਲੇ ਵਿਛੀ ਸ਼ੇਰ ਦੀ ਖੱਲ ਝਾੜ, ਉਸ ਵਿੱਚੋਂ ਪੈਦਾ ਹੋਵਾਂਗੇ। ਹੋ ਗਏ। ਜੇ ਮੈਂ ਥੰਮ ਪਾੜ ਕੇ ਪੈਦਾ ਹੋਇਆ ਸੀ, ਉਹਨੂੰ ਥੰਮ ਦੀ ਅਤੇ ਖੱਲ ਦੀ ਵੀ ਲੋੜ ਨਹੀਂ, ਤਾਂ ਉੱਦਾਂ ਹੀ ਪੈਦਾ ਪ੍ਰਗਟ ਹੋ ਸਕਦਾ। ਅਨਕਰੂ ਖਿਦਮਾਹੇ ਕੁਦਰਤ ਧਾਰਦਾ। ਕਬੀਰ ਦਾ ਜਗ ਸਬੂਤ ਕੀਤਾ, ਸੈਣ ਭਗਤ ਦਾ ਸਰੂਪ ਧਾਰ ਕੇ ਰਾਜੇ ਦੀ ਸੇਵਾ ਕੀਤੀ। ਧੰਨੇ ਭਗਤ ਦੀ ਲੱਸੀ ਪੀ ਲਈ, ਰੋਟੀਆਂ ਮਿੱਸੀਆਂ ਖਾ ਲਈਆਂ, ਨਾਮਦੇਵ ਦਾ ਦੁੱਧ ਪੀ ਲਿਆ। ਕਿੰਨੇ ਜੰਮਿਆ, ਕਿਹੜੀ ਕੁਲ ਵਿੱਚ, ਕਿੱਥੋਂ ਆਇਆ, ਕਿਹੜੀ ਮਾਂ ਅਤੇ ਕਿਹੜਾ ਪਿਤਾ ਸੀ, ਕੋਈ ਦੱਸ ਸਕਦਾ ਹੈ? ਨਹੀਂ। ਅਨਕ ਰੂਪ ਖਿਨਮਾਹੀ, ਖਿਨ ਵਿੱਚ ਹੀ ਨੇਕਾ ਰੂਪ ਧਾਰਨ ਕਰ ਸਕਦਾ ਹੈ। ਪ੍ਰਗਟ ਹੋ ਗਿਆ। ਦਾਸ ਲਿਖੀ, ਤੂੰ ਯਾਦ ਕੀਤਾ, ਕੀ ਸਹਾਇਤਾ ਕਰੀਏ? ਕਹਿੰਦੇ, ਇਹਨਾਂ ਦੁਸ਼ਟਾਂ ਦਾ ਦਮਨ ਕਰੋ, ਜਿਹੜੇ ਉਲਟੇ ਮੇਰੇ ਮਗਰ ਪੈ ਗਏ ਆ। ਮੈਂ ਤਾਂ ਰਾਈ ਦਿੱਤੀ ਸੀ, ਮਾਤੀ ਦਿੱਤੀ ਸੀ। ਫਿਰ ਬੜੇ ਵੱਡੇ ਤੇ ਦੇਵੀ ਵੀ ਪ੍ਰਗਟ ਹੋਈ, ਜਿੱਤ ਹੋਈ ਦੇਵਤਿਆਂ ਦੀ। ਫਿਰ ਉਹ ਸ਼ਸਤਰ ਵਸਤਰ ਲਾ ਕੇ ਤੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਬੜੀ ਘੋਰ ਤਪੱਸਿਆ ਕੀਤੀ। ਜਿਹੜਾ ਥੱਲੇ ਧਰਤੀ ਪੁੱਟਣ ਤੋਂ ਫਿਰ ਧੂੰਆਂ ਆਗ ਅਤੇ ਹੋਰ ਵਸਤੂਆਂ ਨਿਕਲੀਆਂ ਸੀ। ਅਤੇ ਫਿਰ ਹੇਮਕੁੰਡ ਜਾ ਕੇ ਬੰਦਗੀ ਕੀਤੀ। ਤੈਂ ਹਮ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਆਰਾਧੀ। ਇਹ ਵਿਸਥਾਰ ਪੰਕਤੀਆਂ ਮੰਗਦੀਆਂ ਮੈਂ ਟੂਕ ਮਾਤਰ ਬੇਨਤੀ ਕੀਤੀ ਹੈ। ਉਹ ਸਨ ਦੁਸ਼ਟ ਦਮਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ। ਉਹ ਸਨ ਸਮੁੰਦਰ ਰਖੀ ਜਾਂ ਦੀਰਘਦਰਸ਼ੀ ਰਾਜਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ। ਇਸ ਜਨਮ ਵਿੱਚ ਵੀ ਘੋਰ ਤਪੱਸਿਆ, ਅਤੇ ਪਿਛਲੇ ਜਨਮ ਵਿੱਚ ਕਿੰਨੀ ਤਪੱਸਿਆ ਹੈ। ਹਜ਼ੂਰ ਕਹਿੰਦੇ, ਮੁਰ ਪਿਤ ਸਾਡੇ ਪਿਤਾ ਤਾਤ ਮਾਤ ਮੁਰਾ ਲਖ ਆਰਾਧਾ, ਬਹੁ ਵਿਜੋਗ ਸਾਧਨਾ ਸਾਧਾ। ਤਿਨ ਜੋ ਕਰੀ ਅੱਲਾਹ ਕੀ ਸੇਵਾ, ਤਾਂ ਤੇ ਪ੍ਰਸੰਨ ਪਏ ਗੁਰਦੇਵਾ। ਤਿੰਨ ਪਰ ਜਬ ਆਇਸ ਮੋਹ ਦੀਆ, ਤਬ ਜਨਮ ਕਲੂ ਮੈਂ ਲਿਆ। ਸਾਡੇ ਪਿਤਾ ਅਤੇ ਮਾਤਾ ਨੇ ਬੜੀ ਤਪੱਸਿਆ ਬੰਦਗੀ ਕੀਤੀ। ਅਸੀਂ ਕੁਛ ਵੀ ਨਾ ਕਰੀਏ, ਪੜ੍ਹੀਏ ਵੀ ਨਾ, ਅਤੇ ਸੁਣੀਏ ਵੀ ਨਾ, ਅਤੇ ਗੁਰੂ ਵਾਲੇ ਵੀ ਨਾ ਬਣੀਏ, ਅਤੇ ਸੇਵਾ ਵੀ ਨਾ ਕਰੀਏ, ਸਾਨੂੰ ਸੋ ਕਿੱਥੋਂ ਮਿਲਣਗੇ? ਬੀਜਿਆ ਵੱਢਣਾ ਪੈਣਾ, ਅਤੇ ਕੀਤਾ ਹਰ ਇੱਕ ਨੂੰ ਪਾਉਣਾ ਪੈਣਾ ਹੈ। ਪਰਮੇਸ਼ਰ ਘਾਲ ਵਿਅਰਥ ਨਹੀਂ ਜਾਣ ਦਿੰਦਾ। ਨਿਸ਼ਕਾਮ ਸੇਵਾ ਕਰਦੇ ਹੋ, ਆ ਕੇ ਸੁਣਦੇ ਹੋ ਗੁਰੂ ਚਰਨਾਂ 'ਚ, ਇਹਦਾ ਮੁੱਲ ਕੋਈ ਦੇ ਹੀ ਨਹੀਂ ਸਕਦਾ। ਇਹ ਘੜੀ ਧੰਦਾ ਯੋਗ ਹੈ, ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੋ ਦਿਨ ਸੋ ਸੰਜੋਗੜਾ ਜੋ ਅੱਛਾ ਗੁਰਦਰਸਾਰ। ਪਹਿਲੇ ਜਨਮਾਂ 'ਚ ਕਿੰਨੀ ਕੁ ਬੰਦਗੀ ਹੈ, ਅਤੇ ਇਸ ਜਨਮ ਵਿੱਚ ਕਿੰਨੀ ਬੰਦਗੀ ਹੈ। ਮਾਤਾ ਨਾਨਕੀ ਦੀ ਕੁੱਖ ਨੂੰ ਭਾਗ ਲਾਏ ਨੇ ਬਾਬੇ ਬਕਾਲੇ ਨਾਨਕੇ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ। ਅਤੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਹੈ, ਅਤੇ ਪੁੱਤਰ ਜਿਨ੍ਹਾਂ ਦਾ ਗੁਰੂ ਗੋਬਿੰਦ ਸਿੰਘ ਜੀ ਹਨ, ਅਤੇ ਪੋਤਰੇ ਚਾਰੇ ਸਾਹਿਬਜ਼ਾਦੇ ਨੇ। ਇਸ ਪ੍ਰਕਾਰ ਉਸ ਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਆਰੰਭ ਹੋਈ ਹੈ। ਉਹ ਸਾਨੂੰ ਦੱਸਦੇ ਵੀ ਜੇ ਸੁੱਖ ਚਾਹੁੰਦੇ ਤਾਂ ਹਰੀ ਦਾ ਨਾਮ ਜਪੋ। ਜਦੋਂ ਹਰਗੋਬਿੰਦ ਸਾਹਿਬ ਸੱਚਖੰਡ ਨੂੰ ਮਹਾਰਾਜ ਸਾਹਿਬ ਜੀ 95 'ਚ ਗਏ ਸੀ, ਅਤੇ ਆਪਣੇ ਮਹਿਲ ਨਾਨਕੀ ਨੂੰ ਕਹਿੰਦੇ, ਜਾ ਪੇਕੇ ਕਰ ਜਾ ਕੇ ਬੰਦਗੀ ਕਰੋ ਅਤੇ ਸਮੇਂ ਦੀ ਉਡੀਕ ਕਰੋ। 26 27 ਪੌਣੇ 27 ਸਾਲ ਦਾ ਸਮਾਂ ਭੋਰੇ ਵਿੱਚ ਬਹਿ ਕੇ ਲੋੜ ਅਨੁਸਾਰ ਬਾਹਰ ਨਿਕਲਣਾ, ਕਿਸੇ ਨਾਲ ਹੋਰ ਕੋਈ ਸਾਂਝ ਨਹੀਂ। ਅਤੇ ਗੁਰੂ ਬਣਨ ਤੋਂ ਉਪਰੰਤ ਵੀ ਖਾਮੋਸ਼ ਹੀ ਰਹੇ ਸਾਲ ਭਰ। ਕੀ ਲੈਣਾ ਮੱਥੇ ਟਿਕਾ ਕੇ ਲੋਕਾਂ ਪਾਸੋਂ 100 ਰੁਪਇਆ ਮਾਇਆ ਨੂੰ ਕੀ ਕਰਨਾ ਹੈ। 22 ਪਖੰਡੀ ਬਾਹਰ ਬੈਠੇ ਸੀ। ਅੰਤ ਨੂੰ ਸੱਚ ਦਾ ਸੂਰਜ ਚਾੜ੍ਹੀ ਆਇਆ।
ਹਨੇਰਾ ਦੂਰ ਹੋ ਗਿਆ, ਸਭ ਸ਼ਬਨ ਹੋ ਗਏ। ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਸਨਾ ਤੋਂ ਉਚਾਰੀ ਬਾਣੀ ਸਾਨੂੰ ਪ੍ਰਾਪਤ ਹੋ ਰਹੀ ਹੈ। ਗੁਰੂਆਂ ਨੂੰ ਵੀ ਬੰਦਗੀ ਤਪੱਸਿਆ ਦੀ ਲੋੜ ਹੈ, ਪਿਛਲੇ ਜਨਮਾਂ ਦੀ ਵੀ ਕੀਤੀ ਹੈ। ਭਗਤ ਵੀ ਤਾਂ ਹੀ ਬਣੇ ਨੇ ਭਗਤੀ ਕਰਕੇ। ਭਗਤ ਭਗਤਨ ਹੂੰ ਬਣ ਆਈ, ਸਾਨੂੰ ਨਹੀਂ ਬਣ ਆਈ। ਕਰਦੇ ਹੋ ਨਿਤਨੇਮ, ਜਪਜੀ ਸਾਹਿਬ ਕੰਠ ਹੈ, ਕਰਦੇ ਹੋ ਸੇਵਾ, ਅੰਮ੍ਰਿਤ ਛਕਿਆ ਨਹੀਂ, ਤੇ ਵੇਖੋ ਵੇਖੀ ਬੱਧੇ ਚੱਟੀ ਭਰਿਆਂ ਤੇ ਪ੍ਰਾਪਤੀ ਨਹੀਂ ਹੋਣੀ। ਇਸ ਪ੍ਰਕਾਰ ਕੀ ਕਹਿੰਦੇ ਨੇ, ਹਰ ਕੋ ਨਾਮ ਹਰੀ ਕੌਣ ਅਕਾਲ ਪੁਰਖ, ਹਾਹਾ ਅਖਰਾ ਵਾਹਿਗੁਰੂ ਮੰਤਰ ਦਾ। ਹਰੀ ਦਾ ਨਾਮ ਵਾਹਿਗੁਰੂ ਮੰਤਰ ਗੁਰੂ ਨਾਨਕ ਪਾਤਸ਼ਾਹ ਪਿਛਲੇ ਯੁੱਗਾਂ ਦਾ ਪ੍ਰਗਟ ਕੀਤਾ। ਗੁਪਤ ਨਾਮ ਪ੍ਰਗਾਜਾ, ਸੁੱਖਾਂ ਦੇ ਦਾਈ ਦੇਣ ਵਾਲਾ ਹੈ, ਸੁੱਖ ਸ਼ਾਂਤੀ ਦੇਣ ਵਾਲਾ ਹੈ। ਨਾਮ ਤੋਂ ਬਿਨਾਂ ਕਦੇ ਕਿਸੇ ਨੂੰ ਸੁੱਖ ਨਹੀਂ ਮਿਲਿਆ, ਨਹੀਂ ਸ਼ਾਂਤੀ ਮਿਲੀ, ਨਹੀਂ ਟਿਕਾ ਮਿਲਿਆ। ਸੁਹਾਵਿਕ ਜਾਂ ਕੋ ਸਿਮਰ ਅਜਾ ਮਲ ਉਦਰਿਓ, ਗਨਕਾ ਹੂੰ ਗਾਤ ਪਾਈ, ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਵਾਰਾ। ਇਸ ਪ੍ਰਕਾਰ ਸੀ ਪੰਡਤਾਂ ਦਾ ਘਰ ਦਾ ਜਨਮ। ਵਿਦਿਆ ਵੀ ਬੜੀ ਪੜ੍ਹੀ ਸੀ, ਮਾੜੇ ਭਾਗਾਂ ਨੂੰ ਵੇਸਵਾਗਾਮੀ ਹੋ ਗਿਆ ਤੇ ਉਹੀ ਘਰ ਵਾਲੀ ਬਣਾ ਲਈ। ਮਾਹ ਤੇ ਸ਼ਰਾਬ ਦਾ ਦੌਰ ਚੱਲਦਾ ਰਿਹਾ, 6 ਪੁੱਤ ਪੈਦਾ ਹੋ ਗਏ। ਉਸ ਵੇਸਵਾ ਤੋਂ 7ਵਾਂ ਪੁੱਤਰ ਹੋਣ ਵਾਲਾ ਸੀ ਤੇ ਕੁਦਰਤੀ ਮਹਾਤਮਾ ਦਾ ਮਿਲਾਪ ਹੋ ਗਿਆ ਤੇ ਨਾ ਰੇਖ 'ਚ ਮੇਖ ਮਾਰ ਦਿੱਤੀ। ਪੂਰਵ ਕਰਮ ਅੰਕਰ ਜਾ ਪ੍ਰਗਟੇ ਭੇਟਿਓ, ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ, ਜਾਗਣ ਦਾ ਸਮਾਂ ਆ ਗਿਆ। ਰੇਖ 'ਚ ਮੇਖ ਮਾਰਦੀ, ਕਿਸ ਪੁੱਤਰ ਦਾ ਨਾਮ ਨਰਾਇਣ ਰਖਵਾਈ। ਗੁਰੂਆਂ ਦੁਆਰੇ ਗਿਆ ਤੇ ਮਹਾਤਮਾ ਨਰਾਇਣ ਪਰਮੇਸ਼ਰ ਦਾ ਨਾਮ, ਬੱਚਿਆਂ ਦੇ ਨਾਂ ਇਹੋ ਜਿਹੇ ਰੱਖਣੇ ਚਾਹੀਦੇ ਆ, ਹਰੀ ਰੱਬ ਚੇਤੇ ਆਉਂਦਾ ਰਹੇ। ਨਾਰਾ ਜਾਨ ਜੀ ਦਾ ਘਰ ਹੈ, ਪਰਮੇਸ਼ਰ ਦਾ ਨਾਮ ਹੈ, ਛੋਟਾ ਪੁੱਤਰ ਸੀ। ਅੰਤ ਸਮਾਂ ਆਇਆ ਤੇ ਮਾੜੇ ਭਾਗਾਂ ਅਨੁਸਾਰ ਜਮਦੂਤਾਂ ਨੇ ਜਦੋਂ ਦਿਖਾਈ ਦਿੱਤੀ ਤੇ ਡਰਿਆ ਹੋਇਆ ਪੁੱਤਰ ਨਰਾਇਣ ਨੂੰ ਆਵਾਜ਼ ਮਾਰਦਾ, ਪੁੱਤਰ ਨਰਾਇਣ ਮੈਨੂੰ ਬਚਾਈ। ਤੇ ਰਾਮਗਣ ਆ ਗਏ ਤੇ ਜਮਗਣ ਚਲੇ ਗਏ ਤੇ ਸਵਰਗਾਂ ਨੂੰ ਗਿਆ ਸੀ। ਭਾਈ ਗੁਰਦਾਸ ਜੀ ਨੇ ਲਿਖਿਆ, ਭਾਈ ਗੁਰਦਾਸ ਜੀ ਵਾਰਾਂ 'ਚ 10ਵੀਂ ਵਾਰ ਹੈ, ਉਹਨੂੰ ਪੜ੍ਹਿਆ ਕਰੋ, ਬੜਾ ਗਿਆਨ ਹੈ। ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ ਤੋਂ ਰੰਭ ਕਰਕੇ ਤੇ ਆਖਰੀ ਪੂਤਨਾ ਦੀ ਤੇ ਭਾਵ ਕ੍ਰਿਸ਼ਨ ਭਗਵਾਨ ਦੀ ਜਾਇ ਸੁਤਾ ਪ੍ਰਵਾਸ, ਗੋਡੇ ਉੱਪਰ ਪਾਉ ਪਸਾਰੇ। ਇਹਨਾਂ ਪੰਕਤੀਆਂ 'ਤੇ ਜਾ ਕਰਕੇ ਸਮਾਪਤੀ ਕੀਤੀ ਹੈ। ਤੇ ਘੱਟੋ ਘੱਟ 15 ਭਗਤ 23 ਹੋਰ ਮਹਾਤਮਾ ਦੀਆਂ ਸਾਖੀਆਂ ਨੇ। ਬੜਾ ਗਿਆਨ ਹੈ ਤੇ ਬੜਾ ਆਨੰਦ ਉਸ ਵਿੱਚ ਆਉਂਦਾ ਹੈ। ਜੋ ਉਹਦੀ ਵਿਚਾਰ ਕਰੀਏ ਤੇ ਵਿੱਚ ਲੰਮੇ ਲੰਮੇ ਸ਼ਬਦ ਸੁੰਦਰ ਸੁਣ ਲਿਖੇ ਨੇ। ਬੜਾ ਬੜਾ ਗਿਆਨ ਕੁਝ ਸਮੁੰਦਰ ਭਾਈ ਗੁਰਦਾਸ ਜੀ ਨੇ ਬੰਦ ਕੀਤਾ। ਉਸ ਵਿੱਚੋਂ ਇਹ ਅਜਾਮਲ ਦੀ ਸੁਸਾਖੀ ਚਾੜੀ ਵਿਚਾਰ ਆ, ਉਹ ਪੜ੍ਹ ਲਿਓ। ਤੇ ਗਨਕਾ ਦੀ ਪੜ੍ਹ ਲਿਓ। ਗਨਕਾ ਵੀ ਵੇਸਵਾਪਣਾ ਕਰਦੀ ਸੀ, ਦੁਰਾਚਾਰੀ, ਮਾੜੇ ਕੰਮ ਕਰ। ਸਤਵੰਤੀਆਂ 'ਚ ਬੜਾ ਬਲ ਹੋਇਆ ਹੈ। ਜਿਹੜੀਆਂ ਸਤਵੰਤੀਆਂ ਸਰੀਰ ਕਰਕੇ ਵੀ ਕਾਇਮ ਨੇ, ਮਨ ਕਰਕੇ ਵੀ ਨਹੀਂ ਭੁੱਲਦੀਆਂ ਤੇ ਫੁਰਨਾ ਕਰਕੇ ਵੀ ਨਹੀਂ ਡੋਲਦੀਆਂ। ਉਹ ਤੇ ਭਾਵ 500 ਵਰਾ ਤੇ 1000 ਵਰਾ ਸਵਰਗਾਂ 'ਚ ਵਸਦੀਆਂ ਪਤੀ ਸਮੇਤ। ਦੁਰਾਚਾਰੀ ਮਨ ਆਈਆਂ ਕਰਨ ਵਾਲੀਆਂ ਦੀ ਕੀ ਨਾਂ ਲੈਣਾ ਹੈ। ਤੇ ਵੇਸਵਾ ਤਰ ਗਈ ਹੈ ਗਨਕਾ, ਪਾਪ ਕਮਾਉਣ ਵਾਲੀ ਗਨਕਾ ਪਾਪਣ ਹੋਏ ਕਿ ਪਾਪਾਂ ਦਾ ਅਗਰ ਹਾਰ ਪਰੋਤਾ। ਸੋ ਮਹਾਂਪੁਰਖ ਅਚਾਨਕ ਨਨਕਾ ਵਾਰੇ ਆਏ ਖਲੋਤਾ, ਦੁਰਮੋ ਦੇਖ ਦਿਆਲ ਉਸ ਨੂੰ ਤੋਤਾ। ਰਾਮ ਨਾਮ ਉਦੇਸ਼ ਖੇਲ ਗਏ ਜੋ ਵੰਸ਼ ਹੋਤਾ। 100% ਚੰਗਾ ਵਣਜ ਐ ਬੇਟੀ ਇਹ ਤੋਤਾ ਲੈ ਲਾ, ਇਹਨੂੰ ਰਾਮ ਰਾਮ ਪੜ੍ਹਾਇਆ ਕਰ। ਆਪ ਪੜ੍ਹੋਗੇ ਤੇ ਉਹਨੂੰ ਪੜ੍ਹਾਓ ਨਾ। ਉਹਦੇ ਇੱਥੇ ਪਿੰਜਰੇ 'ਚ ਸੱਪ ਸੀ ਛੋਟਾ ਜਿਹਾ, ਉਹਨੇ ਡੰਗ ਮਾਰਤਾ ਤੇ ਰਾਮ ਰਾਮ ਕਹਿੰਦੀ ਸਵਰਗਾਂ ਨੂੰ ਚਲੀ ਗਈ। ਸਾਰੀ ਉਮਰ ਦਾ ਪਾਪੀ ਅਜਾਮਲ ਤਰ ਗਿਆ। ਸਾਖੀ ਲੰਬੀ ਚੌੜੀ ਹੈ ਉਸ ਦੀ। ਸਾਰੀ ਉਮਰ ਵੇਸਵਾ ਬੁਰਾ ਕਰਮ ਕਰਨ ਵਾਲੀ ਵਿਕਾਰ ਨੂੰ ਸੱਚਖੰਡ ਨੂੰ ਚਲੀ ਗਈ। ਹਰੀ ਦਾ ਨਾਮ ਇੰਨੇ ਸੁੱਖ ਦਿੰਦਾ ਹੈ, ਇੰਨੀ ਸਹਾਇਤਾ ਕਰਦਾ ਹੈ। ਸਾਖੀਆਂ ਲੰਬੇਰੀਆਂ ਹਨ, ਰਹਾਉ ਵਿਸਰਾਮ ਦਿੰਦੇ। ਪੰਚਾਲੀ ਕੋ ਰਾਜ ਸਭਾ ਮੈਂ ਹੈ, ਰਾਮ ਨਾਮ ਸੁਧਿਆਈ। ਪੰਚਾਲ ਦੇਸ਼ ਹੈ ਇੱਕ, ਉੱਥੋਂ ਦਾ ਰਾਜਾ ਦ੍ਰੋਪਦ ਉਹਦਾ ਨਾਮ ਸੀ। ਘਰ ਪੁੱਤਰੀ ਦਾ ਜਨਮ ਹੋਇਆ, ਉਹਦਾ ਨਾਂ ਦ੍ਰੋਪਦੀ ਰੱਖਿਆ। ਜਵਾਨ ਹੋਈ ਤੇ ਉਹਨਾਂ ਸਮਿਆਂ ਦਾ ਰਿਵਾਜ ਸੀ ਸੋ ਅੰਬਰ ਆਪਰਾ ਭਾਵ ਵਾਰ, ਸੋ ਆਪ ਚੁਣਨਾ ਤੇ ਕੋਈ ਸ਼ਰਤ ਰੱਖਣੀ, ਜਿਹਨੇ ਪੂਰੀ ਕਰਨੀ ਉਹਨੇ ਬੱਚੀ ਨੂੰ ਵਿਆਹ ਕੇ ਲਿਜਾਣਾ, ਉਹਦੇ ਨਾਲ ਵਿਆਹ ਦਿੱਤੀ ਜਾਂਦੀ ਹੈ।
ਉਸ ਨੇ ਸਵੰਬਰ ਰਚਿਆ ਹੋਇਆ ਹੈ। ਰਾਜੇ ਮਹਾਰਾਜੇ ਸੂਰਮੇ ਹੋਰ ਵੀ ਸੱਦੇ ਨੇ, ਬੜੇ ਆਏ ਨੇ। ਤੇ ਥੱਲੇ ਰੱਖਿਆ ਤੇਲ ਵਿਸ਼ਾਲ ਕੁਝ, ਜਿਸ ਵਿੱਚ ਨਿੱਤਰ ਕੇ ਫੋਟੋ ਦਿਸਦੀ ਹੋ। ਉੱਪਰ ਇੱਕ ਬੰਨਿਆ ਚੱਕਰ, ਉਹਦੇ 'ਚ ਬਣਾਉਟੀ ਬਣਾਈ ਹੈ ਮੱਛੀ, ਉਹਦੇ ਵਿੱਚ ਚੱਕਰ ਘੁੰਮ ਰਿਹਾ, ਮੱਛੀ ਘੁੰਮ ਰਹੀ ਹੈ। ਤੇ ਥੱਲੇ ਤੇਲ ਵਿੱਚ ਪਰਛਾਵਾਂ ਵੇਖਣਾ ਹੈ ਤੇ ਤਾਂ ਨੂੰ ਤੀਰ ਛੱਡਣਾ ਹੈ ਤੇ ਮੱਛੀ ਦੀ ਅੱਖ ਵਿੱਚ ਵੱਜੇ। ਇਹੋ ਜਿਹੀਆਂ ਡਾਉਣੀਆਂ ਪਾਈਆਂ ਜਾਂਦੀਆਂ ਸੀ ਪਿਛਲੇ ਸਮਿਆਂ 'ਚ। ਬੜਿਆਂ ਨੇ ਤੀਰ ਚਲਾਏ, ਕਿਸੇ ਦੇ ਨਾਂ ਵੱਜਾ ਨਿਸ਼ਾਨਾ। ਤੇ ਅਰਜਨ ਪਾਂਡਵਾ 5 ਭਰਾ ਸੀ, ਇਹ ਵੀ ਚਲੇ ਗਿਆ ਸੀ। ਜਦ ਇਹਦੀ ਵਾਰੀ ਆਈ ਤੇ ਇਸਨੇ ਠੀਕ ਨਿਸ਼ਾਨਾ ਮਾਰ ਲਿਆ। ਜੈ ਜੈਕਾਰ ਹੋ ਗਈ। ਦ੍ਰੋਪਦੀ ਉਹਦੇ ਨਾਲ ਵਿਆਹ ਦਿੱਤੀ। ਲੈ ਕੇ ਜਦੋਂ ਘਰੇ ਆਇਆ ਤੇ 5 ਭਰਾ ਸਨ, ਅਜੇ 5 ਹੀ ਕੁਆਰੇ ਸਨ। ਆਂਦੇ ਮਾਤਾ ਜੇ ਇੱਕ ਭਰਾ ਕੋਈ ਚੀਜ਼ ਲਿਆਵੇ ਤੇ ਉਹ ਫਿਰ ਇਕੱਲੇ ਦੀ ਹੋਈ ਨਾ। ਕਹਿੰਦੀ ਨਹੀਂ ਪੁੱਤਰ, ਜੇ ਕੁਆਰੇ ਕੇ ਘਰ 'ਚ ਰਹਿੰਦੇ ਹੋਣ ਫਿਰ ਉਹ ਸਾਰਿਆਂ ਦੀ ਹੁੰਦੀ ਹੈ। ਜੇ ਇਕੱਲੇ ਇਕੱਲੇ ਅੱਡ ਹੋਈਏ, ਅੱਡ ਬਾਰੇ, ਫਿਰ ਆਪੋ ਆਪਣੀ ਕਮਾਈ ਆਪਣੇ ਘਰ ਵਿੱਚ ਆਉਂਦੀ ਹੈ। ਹੁਣ ਤੁਸੀਂ ਇਕੱਠੇ ਹੋ ਜੇ ਕਿ ਘਰ ਵਿੱਚ, ਕਿ ਮਾਂ ਦੇ ਪੁੱਤ ਹੋ, ਕੋਈ ਵੀ ਚੀਜ਼ ਇਹ ਨਿਰਣੇ ਨਾਲ ਨਹੀਂ ਦੱਸਿਆ ਵੀ ਕੀ ਲਿਆਂਦਾ ਤੇ ਕੀ ਕੌਣ। 5 ਵੰਡ ਕੇ ਲੈ ਲਓ। ਤੇ ਇੰਨਾ ਮਾਂ ਦੀ ਆਗਿਆ ਮੰਨੀ। ਅਰਜਨ ਨੇ ਉਹ ਦ੍ਰੋਪਦੀ 5 ਦੀ ਖਵਾਉਣਾ। ਉਹਨੂੰ ਪੰਚਾਲੀ ਤਾਂ ਵੀ ਕਹਿੰਦੇ, ਪੰਚਾਲ ਦੇਸ਼ ਦੀ ਹੋਣ ਕਰਕੇ ਪੰਚਾਲੀ ਕਹਿੰਦੇ ਹੈ। ਇਸ ਪ੍ਰਕਾਰ ਨਿਯਮ ਇਹ ਸੀ, ਵੱਡੇ ਦੇ ਹੱਕ ਵਿੱਚ ਛੋਟਿਆਂ ਭਰਜਾਈ ਵਾਂਗੂ ਸਮਝਦੇ, ਛੋਟੇ ਦੇ ਹੱਕ ਵਿੱਚ ਵੱਡਾ ਆਪਣੀਆਂ ਧੀਆਂ ਵਾਂਗੂ ਸਮਝਦਾ ਹੈ। ਇੱਦਾਂ ਉਹ 5 ਦੀ ਰਾਣੀ ਸੀ, ਪੰਚਾਲੀ ਤਾਂ ਵੀ ਉਸ ਨੂੰ ਕਹਿੰਦੇ ਹੈ। ਬੜੀ ਬੰਦਗੀ ਵਾਲੀ ਸੀ, ਸਿਮਰਨ ਵਾਲੀ ਸੀ। ਅੰਦਰ ਸਭਾ ਦੁਸ਼ਾਸਨ ਮੱਥੇ ਵਾਲ। ਦ੍ਰੋਪਦ ਆਂਦੀ ਦੂਤਾਂ ਨੂੰ ਫਰਮਾਇਆ, ਨੰਗੀ ਕਰੋ ਪੰਚਾਲੀ ਬਾਂਧੀ। 5 ਪਾਂਡਵ ਵੇਖਦਾ ਉਹ ਨਦੀ ਰੁੱਧੀ ਨਾਰ, ਜਿਨ੍ਹਾਂ ਦੀ ਜੂਏ ਵਿੱਚ ਦੇਸ ਵੀ ਹਾਰ ਗਏ ਤੇ ਜੂਏ 'ਚ ਘਰ ਵਾਲੀ ਵੀ ਹਾਰ ਗਏ ਤੇ ਭਰੀ ਮਰਦਾਂ ਦੀ ਸਭਾ ਵਿੱਚ। ਇਸ ਨੂੰ ਨਗਨ ਕਰੋ, ਬੇਪਰਦ ਕਰੋ। ਮਹਾਮੂਰਖੋ, ਤੁਹਾਨੂੰ ਵੀ ਮਾਵਾਂ ਨੇ ਜੰਮਿਆ, ਤੁਹਾਡੇ ਘਰੇ ਪਤਨੀਆਂ ਤੁਹਾਡੀਆਂ ਧੀਆਂ ਨੇ, ਸਰੀਰ ਰੱਬ ਨੇ ਬਣਾਏ ਨੇ ਸਾਰਿਆਂ ਦੇ, ਕਿਉਂ ਇਹੋ ਜਿਹਾ ਕੋਈ ਕਰਮ ਕਰਦੇ ਹੋ? ਵਿਗੜੇ ਸੁਭਾਅ ਵਾਲੇ ਕਿੱਥੇ ਟਲਦੇ ਹੈ। ਜੂਏ 'ਚ ਹਾਰ ਬੈਠੀ ਵੇਖ ਕੇ ਨੀਵੀਂ ਪਾ ਕੇ, ਨੇਤਰ ਨੀਵੇਂ ਕਰਕੇ 5 ਪਾਂਡਵ ਬੈਠੇ ਆ। ਭੀਸ਼ਮ ਪਿਤਾਮਹ ਵਰਗੇ, ਦਰੋਣਾਚਾਰਯ ਵਰਗੇ ਹੋਰ ਵੀ ਬੈਠੇ ਆ। ਤੇ ਕਿਸੇ ਨੇ ਅੱਖ ਨਹੀਂ ਚੁੱਕੀ। ਫਿਰ 4 ਸਵੇਰੇ ਜਦੋਂ ਹਾਰ ਹੁੰਦੀ ਵੇਖ ਕੇ ਤਾਂ ਅੱਖੀਂ ਮੀਟ ਧਿਆਨ ਧਰ ਕ੍ਰਿਸ਼ਨ ਭਗਵਾਨ ਦਾ। ਉਦੋਂ ਸਮਾਂ ਸੀ। ਬੇਨਤੀ ਕੀਤੀ ਚਰਨਾਂ ਦੀ, ਤੇਰੇ ਤੋਂ ਬਿਨਾਂ ਹੁਣ ਮੇਰਾ ਕੋਈ ਨਹੀਂ, ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਤੇ ਫਿਰ ਕੀ ਹੋਇਆ ਸੀ, ਸਾੜੀ ਲਾਉਂਦੇ ਆ ਤੇ ਹੋਰ ਆ ਜਾਂਦੀ ਹੈ, ਲਾਉਂਦੇ ਆ ਤੇ ਹੋਰ ਆ ਜਾਂਦੀ ਹੈ। ਭਾਈ ਗੁਰਦਾਸ ਲਿਖਿਆ, ਕੱਪੜ ਕੋਟ, ਕੋਟ ਨਾਮ ਹੁੰਦਾ ਕਿਲੇ ਦਾ। 4 ਸਵੇਰੇ ਕਿਲੇ ਉਸਰ ਗਏ ਨੇ ਸਾੜੀਆਂ ਦੇ। ਕਹਿੰਦੇ ਸਾੜੀ ਹੋ ਕੇ ਨਾਰੀ ਹੋ, ਨਾਰੀ ਹੋ ਕੇ ਸਾਰੀ ਹੋ, ਪਤਾ ਨਹੀਂ ਲੱਗਦਾ। ਇਸ ਪ੍ਰਕਾਰ ਉਹਦੀ ਜਿੱਤ ਹੋਈ ਸੀ। ਉਹਦੀ ਪਤ ਆਵਰੋ ਰਹਿ ਆਈ ਸੀ। ਘਰ ਆਈ, ਭਗਵਾਨ ਦੇ ਦਰਸ਼ਨ ਹੋਏ। ਪੈਜ ਰਹੀ ਬੋਲੇ ਸ਼ਰਮੰਦੀ, ਨਾਥ ਅਨਾਥਾਂ ਬਾਣ ਧੁਰਾ ਦੀ ਆਖਰੀ ਪੰਕਤੀ ਮੈਂ ਸਾਰਾ ਨਾ ਪੜ੍ਹਾਂ ਤੇ ਨਾ ਵਿਚਾਰ ਕਰਾਂ, ਸਮਾਂ ਲੱਗਦਾ ਹੈ। ਨਾਥ ਮਾਲਕ ਤੇ ਅਨਾਥ ਗਰੀਬ, ਇਹ ਬਾਣ ਆਦਤ ਉਹਨੂੰ ਧੁਰੋਂ ਦੀ ਪਈ ਹੋਈ ਹੈ ਤੇ ਹੁਣ ਵੀ ਹੈ। ਹੁਣ ਉਹ ਪੁਰਾਣਾ ਨਹੀਂ ਹੋ ਗਿਆ, ਉਹਨੂੰ ਆਦਤ ਹੁਣ ਵੀ ਹੈ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ, ਬਣਾ ਦਿੰਦਾ ਹੈ। ਸੋ ਕਿ 3 ਸਾਖੀਆਂ ਲੰਮੀਆਂ ਲੰਮੀਆਂ, ਇੱਕ ਸਾਖੀ ਅੱਧਾ ਘੰਟਾ ਲੰਘਾ ਦਿੰਦੀ ਹੈ। ਧਿਆਨ ਦੇਵੋ ਸਾਰੇ ਵੀਰ ਮਾਈ ਭਾਈ। ਫਿਰ ਤੁਸੀਂ ਕਿਉਂ ਨਹੀਂ ਯਾਦ ਕਰਦੇ, ਕਿਉਂ ਨਹੀਂ ਚੇਤੇ ਕਰਦੇ? ਐਵੇਂ ਜ਼ਿੰਦਗੀ ਘੱਟੇ ਕੌਡੀਆਂ 'ਚ ਲੰਘਾਈ ਜਾਂਦੇ ਹੋ। ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹੋ ਜਿਹੀ ਹਾਲਾਤ ਸਾਡੀ ਬਣੀ ਹੈ। ਜਨਮ ਲੈ ਲਿਆ ਤੇ ਬੱਚੇ ਪੈਦਾ ਕਰ ਗਏ ਤੇ ਮਰ ਗਏ। ਕਿ ਇੰਨੇ ਕੰਮ ਪਸ਼ੂ ਨਹੀਂ ਕਰਦਾ, ਹੋਰ ਜਾਨਵਰ ਨਹੀਂ ਕਰਦੇ? ਕੀ ਵਿਸ਼ੇਸ਼ਤਾ ਤੁਹਾਡੇ ਵਿੱਚ? ਜੇ ਗੁਰੂ ਵਾਲੇ ਨਹੀਂ ਮੰਨਣਾ, ਗੁਰੂ ਗੁਰੂ ਨਹੀਂ ਜਪਣਾ, ਹੱਕ 'ਤੇ ਨਹੀਂ ਰਹਿਣਾ, ਵਾਰ ਧੋਖੇ ਘੱਤੜੇ ਕਰੀ ਜਾਣੀ ਹੈ, ਜ਼ੁਲਮ ਕਾ ਪਾਪ ਕਰੀ ਜਾਣੀ ਹੈ, ਲੇਖਾ ਦੇਣਾ ਪੈਣਾ, ਛੁਟਕਾਰਾ ਨਹੀਂ ਹੋਣਾ। ਜਾਂ ਕੋ ਸਿਮਰ ਅਜਾ ਮਲ ਉਦਰਿਓ, ਗਨ ਕਾਹੂ ਗਤ ਪਾਈ ਰਹਾਓ। ਪੰਚਾਲੀ ਕੋ ਰਾਜ ਸਭਾ ਮੈਂ, ਮਰਦਾਂ ਦੀ ਬੰਦਿਆਂ ਦੀ ਸਭਾ ਵਿੱਚ ਕਿਸੇ ਸਹਾਇਤਾ ਨਹੀਂ ਕੀਤੀ। ਤੇ ਪਰਮੇਸ਼ਰ ਭਗਵਾਨ ਕ੍ਰਿਸ਼ਨ ਭਗਵਾਨ ਨੂੰ ਯਾਦ ਕੀਤਾ ਉਸਨੇ ਕੀਤੀ ਸੀ। ਮਤਾਂ ਸਮਝ ਲਵੇ ਕ੍ਰਿਸ਼ਨ ਭਗਵਾਨ ਹਿੰਦੂਆਂ ਦਾ ਤੇ ਰਾਮ ਹਿੰਦੂਆਂ ਦਾ ਹੈ। ਜਿਹੜਾ ਅਵਤਾਰ ਪਕੰਬਰ ਜਦੋਂ ਆਇਆ ਸਾਰਿਆਂ ਵਾਸਤੇ ਆਇਆ। ਤੇ ਹੁਣ ਕੱਲ੍ਹ ਕੀ ਅਵਤਾਰ ਆਉਣਾ ਹੈ? ਵਿਸ਼ਨੂੰ ਭਗਵਾਨ ਦੀ ਜੋਤ ਕਲਯੁਗ ਵਿੱਚ ਸਾਰਿਆਂ ਵਾਸਤੇ ਆਉਣਾ ਹੈ।
ਜਿਹੜੇ ਵਿੱਚ ਵਿਚਾਲੇ ਠੱਗੀਆਂ ਵੱਜਦੀਆਂ ਤੁਹਾਡੇ ਨਾਲ, ਇਹਨਾਂ ਤੋਂ ਬਚੋ। ਦਾਸ ਕੋਈ ਵੋਟਾਂ ਨਹੀਂ ਮੰਗਦਾ, ਨਾ ਇਹਨਾਂ ਕੋਲ ਕੁਛ ਲੈਣਾ ਤੇ ਨਾ ਇਹਨਾਂ ਨਾਲ ਕੋਈ ਈਰਖਾ ਕਿਸੇ ਨਾਲ। ਜਿਵੇਂ ਬਾਈ ਬੈਠੇ ਸੀ ਬਾਬੇ ਬਕਾਲੇ, ਉਹ ਹਾਲਾਤ ਹੁਣ ਹੋ ਰਹੀ ਹੈ। ਸਤਿਗੁਰੂ ਕਿਰਪਾ ਕਰਨ, ਇੱਕ ਨਿਰੰਕਾਰ 'ਤੇ ਭਰੋਸਾ ਰੱਖਣਾ ਹੈ, ਜਿਹੜਾ ਸਰਬ ਵਿਆਪੀ ਆਧਾਰ ਏਕ ਦੇ। ਫੁਰਨਿਆਂ ਦੀ ਦਿਲ ਦੀ ਗੱਲ ਨੂੰ ਸਦ ਸੁਣਦਾ ਸਦ ਜਾਣਦਾ, ਵੇਖਦਾ ਕਿਉਂ ਮੁੱਕਰ ਪਿਆ ਜਾਏ। ਵੇਖੀ ਵੀ ਜਾਂਦਾ ਤਾਂ ਸੁਣਦਾ ਵੀ, ਮੁੱਕਰਿਆ ਨਹੀਂ ਉਹਦੇ ਪਾਸੋਂ ਜਾਣਾ। ਤਾਂ ਕੋ ਦੁਖ ਹਰਿਓ ਕਰਨਾ ਮੈਂ, ਆਪਣੀ ਪੈਜ ਵਡਾਈ ਦੁਖ ਹਰੇ। ਕਰਨਾ ਮੈਂ ਕਿਰਪਾ ਦੇ ਖਜ਼ਾਨੇ ਨੇ, ਜੇ ਆਪਣੀ ਪੈਜ ਪ੍ਰਤੱਗਿਆ ਜਿਹੜੀ ਸੀ ਉਹ ਨਿਭਾ ਦਿੱਤੀ। ਸੋ ਜਿਹੜਾ ਉਹਦਾ ਹੋ ਜਾਵੇ, ਉਹਨੂੰ ਕਰਕੇ ਆਪਣਾ ਉਹਦਾ ਬਣ ਕੇ ਵਿਖਾ ਦਿੰਦਾ। ਜਿਵੇਂ ਜੋਗਾ ਸਿੰਘ ਪੁੱਤਰ ਤੂੰ ਕੀ ਨਾਂ ਜੀ? ਮੇਰਾ ਨਾਂ ਜੋਗਾ। ਤੂੰ ਕਿਹਦੇ ਜੋਗਾ? ਮੈਂ ਗੁਰੂ ਜੋਗਾ। ਤੇ ਚੰਗਾ ਫਿਰ ਗੁਰੂ ਤੇਰੇ ਜੋਗਾ। ਤੇ ਨਰਕਾਂ 'ਚੋਂ ਪੈਣ ਤੋਂ, ਏਸ਼ਾਬਾਗਾਮੀ ਹੋਣ ਤੋਂ ਬਚਾ ਲਿਆ ਸੀ। ਸਹਾਇਤਾ ਕਰਦਾ ਆਇਆ, ਪੈਜ ਆਪਣੀ ਪ੍ਰਤੱਗਿਆ ਨਿਭਾਈ। ਜਿਹੜਾ ਉਹਦੀ ਸ਼ਰਣੀ ਪੈ ਗਿਆ ਤਾਂ ਆਪਣੀ ਪੈਜ ਵਡਾਈ। ਤੇ ਉਸ ਆਪਣੇ ਪਿਆਰਿਆਂ ਦੀ ਪੈਜ ਵੀ ਵਡਾਉਂਦਾ ਹੈ, ਇੱਜ਼ਤ ਮਾਣ ਕਰਵਾ ਦਿੰਦਾ ਹੈ। ਜਿਹ ਨਰ ਜਸ ਕਿਰਪਾ ਨਿਤ ਗਾਇਓ, ਤਾਂ ਕੋ ਭਇਓ ਸਹਾਈ। ਜਿਨ੍ਹਾਂ ਵੀ ਉਸ ਕਿਰਪਾ ਦੇ ਨਿੱਧ ਖਜ਼ਾਨੇ ਸਮੁੰਦਰ ਦਾ ਜਸ ਗਾਇਆ, ਜਿਨ੍ਹਾਂ ਨੇ ਵੀ ਸਰਦਾ ਨਾਲ ਕੰਨਾਂ ਨਾਲ ਸੁਣਿਆ, ਤਾਂ ਕੋ ਭਇਓ ਸਹਾਈ। ਉਹਨਾਂ ਦੀ ਸਹਾਇਤਾ ਕਰਦਾ ਆਇਆ ਤੇ ਗਾਹ ਵੀ ਕਰੇਗਾ। ਕਹੋ ਨਾਨਕ ਮੈਂ ਇਹੀ ਭਰੋਸੇ ਗਈ ਆਨ ਸਰਣਾਈ। ਸ਼ਰਨ ਆਣ ਕੇ ਗ੍ਰਹਿਣ ਕਰ ਲਈ ਇਸ ਭਰੋਸਾ। ਇੰਨੇ ਪ੍ਰਮਾਣ ਸਾਖੀਆਂ ਹੁੰਦਿਆਂ ਹੋਇਆਂ ਜੇ ਭਰੋਸਾ ਯਕੀਨ ਨਹੀਂ, ਫਿਰ ਕਦੋਂ ਆਵੇਗਾ? ਮਾਰੂ ਮਹੱਲਾ ਨਾਵਾਂ। ਗੁਰੂ ਨਾਨਕ ਤੇਗ ਬਹਾਦਰ ਪਾਤਸ਼ਾਹ ਗੁਰੂ ਨਾਨਕ ਦੀ ਨਾਮੀ ਜੋਤ। ਅਬ ਮੈਂ ਕਹਾਂ ਕਰੋ ਰੀ ਮਾਈ, ਮਾਈ ਹੈ ਪਾਈ। ਮੈਂ ਕੀ ਕਰਾਂ? ਸਗਲ ਜਨਮ ਵਿਖਿਆਨ ਸੋ ਖੋਇਆ, ਸਿਮਰਿਓ ਨਾਹੀ ਕਨਾਈ। ਜਨਮ ਤੋਂ ਲੈ ਕੇ ਮਰਦਿਆਂ ਤੱਕ ਵਿਸ਼ੇ ਵਿਕਾਰਾਂ ਵਿੱਚ ਵਿਖਿਆ, ਮਾਇਆ ਦੇ ਮਗਰ ਭੱਜ ਦੌੜ। ਪੜ੍ਹਾਈ ਕਰਦੇ ਹਾਂ ਅਤੇ ਮਾਇਆ ਦੀ ਪ੍ਰਾਪਤੀ ਲਈ, ਕੋਰਸ ਕਰਦੇ ਹਾਂ ਅਤੇ ਮਾਇਆ ਦੀ ਪ੍ਰਾਪਤੀ ਲਈ, ਦੇਸ਼ ਪ੍ਰਦੇਸ਼ ਭੱਜਦੇ ਹਾਂ ਅਤੇ ਮਾਇਆ ਦੀ ਪ੍ਰਾਪਤੀ ਲਈ। ਦੇਸ਼ ਛੋੜ ਪ੍ਰਦੇਸੇ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਬੇਨਤੀ ਕਰੋ ਸਗਲ ਜਨਮ ਵਿਖਿਆ, ਵਿਸ਼ੇ ਵਿਕਾਰਾਂ ਵਿੱਚ ਖੋਹ ਛੱਡੇ ਨੇ, ਜੇਲਾਂ 'ਚ ਨਿਗਾਹ ਦਿੱਤੇ ਨੇ, ਫਿਰ ਨਰਕਾਂ 'ਚ ਪੈਣਾ ਪਊ। ਸੋ ਕਨਾਈ ਥੋੜ੍ਹਾ ਸਮਾਂ ਵੀ ਹਰੀ ਨੂੰ ਯਾਦ ਨਹੀਂ ਕੀਤਾ, ਕਨ੍ਹਈਆ ਨੂੰ ਯਾਦ ਨਹੀਂ ਕੀਤਾ, ਉਸ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ। ਰਹਾਉ ਗਰਫਾਮ ਦਿੰਦੇ ਕਾਲ ਫਾ ਆ ਜਬ ਗਰਮ ਮਹਿ ਮੇਲੀ, ਤੇ ਸੁਧ ਸਭ ਸ਼ਰਾਈ। ਕਾਲ ਦੀ ਫਾਸ ਵਾਹੀ, ਜਾਮਾ ਨੇ ਜਦੋਂ ਗਲ ਵਿੱਚ ਮੇਲੀ ਰੱਸੀ ਪਾ ਲਈ, ਫਿਰ ਕੌਣ ਤੈਨੂੰ ਛਡਾਊ? ਸੁਧ ਸਾਰੀ ਸਾਰੀ ਵਿਸਰ ਜਾਣੀ ਤੇਰੀ, ਚੇਤੇ ਸਾਰੇ ਭੁੱਲ ਜਾਣੇ ਦੁਨੀਆ ਦੇ। ਵਾਹ ਪੇਸ਼ ਕੋਈ ਚੱਲਣੀ ਨਹੀਂ, ਸਭ ਕੁਝ ਪਿੱਛੇ ਰਹਿ ਜਾਣਾ ਸਰੀਰ ਸਮੇਤ। ਰਾਮ ਨਾ ਬਿਨ ਜਾਂ ਸੰਕਟ ਮਹਿ, ਕੋ ਅਬ ਹੋਤ ਸਹਾਈ। ਰਾਮ ਦਾ ਨਾਮ ਸਹਾਇਤਾ ਕਰੂ ਇਹੋ ਜਿਹੀ ਸੰਕਟ ਵੇਲੇ, ਇਹੋ ਜਿਹੇ ਦੁੱਖਾਂ ਵੇਲੇ। ਜੇ ਮਾਰ ਕੇ ਗਨੇ ਗਾਹੇ ਨ ਕੋਸਾ, ਹਰਕਾ ਨਾ ਮੂੰਹਾਂ ਸੰਗ ਤੋਸਾ। ਜੇ ਪੈਂਡੇ ਮਹੰਦ ਗੁਬਾਰਾ, ਹਰਕਾ ਨਾਮ ਸੰਗ ਉਜਿਆਰਾ। ਜਹਾਂ ਪਰ ਤੇਰਾ ਕੋਨ ਸਜਾਨੂ, ਹਰਕਾ ਨਾਮ ਤੈ ਨਾਲ ਜਾਨੂ। ਜਾਂ ਮਹਾਂ ਬਿਆਨ ਤਬਤ ਬਹੁ ਕਾਮ, ਸਾਰੀ ਆਪ ਹੀ ਪੜ੍ਹ ਲਿਓ। ਸੁਖਮਨੀ ਸਾਹਿਬ ਵਿੱਚ ਬਦੀ, ਜਿੱਥੇ ਕੋਈ ਨਹੀਂ ਪਹੁੰਚ ਸਕਦਾ, ਉੱਥੇ ਨਾਮ ਸਹਾਇਤਾ ਹਰ ਪੱਖ ਤੋਂ ਤੇਰੀ ਕਰੂ। ਜੋ ਸੰਪਤ ਆਪਣੀ ਕਰਮਾਨੀ, ਛਿਨਮੈ ਭਈ ਪਰਾ। ਜਿਹੜੀ ਸੰਪਦਾ ਜਾਇਆਂ ਦਾ ਧਨ ਤੂੰ ਆਪਣਾ ਸਮਝੀ ਬੈਠਾ, ਖਿੰਨ ਵਿੱਚ ਹੀ ਪਰਾਇਆ ਹੋ ਜਾਣਾ। ਧਨ ਲੋਕਾਂ ਤਨ ਭਸਮੇ ਢੇਰੀ। ਸਾਰੀਆਂ ਵੰਡਾਂ ਪਾ ਲੈਣੀਆਂ, ਲੜੀ ਜਾਂਦਾ ਇੱਧਰ ਉੱਧਰ। ਮਾਏ ਬਾਪੂਤ ਹਿਤ ਭਰਾਤਾ, ਇਹਨ ਘਰ ਘਰ ਮੇਲਿਓ ਲੂਆ ਦੂਆ। ਕਿਸੇ ਬਾਤ ਘਾੜ ਕਿਸੇ ਵੈ, ਸਗਲੇ ਲਰ ਲਰ ਮੂਆ। ਹਮ ਬਰਿਹਾਰੇ ਸਤਿਗੁਰ ਆਪਣੇ ਜਿਹਨੇ ਚਲਤ ਦਿਖਾਇਆ। ਗੁੱਜੀ ਪਾਹੇ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਪਾਹੇ ਨਾਮ ਹੈ ਅਗਨੀ ਦੀ, ਗੁੱਜੀ ਅਗਨੀ ਜਿਹੜੀ ਸਾੜ ਰਹੀ ਹੈ ਤੇ ਜੀਵ ਸੜ ਭੁੱਜ ਰਹੇ ਨੇ। ਉਹ ਭਗਤੀ ਕਰ ਵਾਲੇ ਨੂੰ ਨਹੀਂ ਵਿਆਪਦੀ, ਨਹੀਂ ਦੁੱਖ ਦਿੰਦੀ। ਬੜੀਆਂ ਦੀਆਂ ਬੜੀਆਂ ਮਗਰ ਸਾਖੀਆਂ ਨੇ ਅਗਨੀ ਤੋਂ ਸੜਨ ਤੋਂ ਬਚਣ ਦੀਆਂ। ਕਹੋ ਨਾਨਕ ਜੈ ਸੋਚ ਰਹੀ ਮਨ, ਹਰ ਜਸ ਕਬ ਹੂੰ ਨਾ ਗਾਈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਕਹੋ ਨਾਨਕ ਨਾਮੇ ਸਰੂਪ, ਗੁਰੂ ਨਾਨਕ ਨੂੰ ਯਾਦ ਕਰਕੇ ਇਹ ਸੋਚ ਰਹੀ ਮੇਰੇ ਮਨ ਵਿੱਚ ਆ ਰਹੀ ਹੈ। ਮਨ ਹਰ ਜਸ ਕਬ ਹੂੰ ਨਾ ਗਾਈ। ਹਰੀ ਦਾ ਜਸ ਕਿਉਂ ਨਹੀਂ ਗਾਉਂਦਾ? ਉਸ ਪਰਮੇਸ਼ਰ ਦਾ ਨਾਮ ਕਿਉਂ ਨਹੀਂ ਲੈਂਦਾ? ਤੇ ਕਿਉਂ ਨਹੀਂ ਸੁਣਦਾ? ਤੇ ਕਿਉਂ ਨਹੀਂ ਮੰਨਦਾ? ਭਾਈ ਮਰਜ਼ੀ ਤੇਰੀ, ਕੀਤਾ ਪਾਉਣਾ ਹੀ ਪੈਣਾ। ਚੰਗਾ ਕਰ ਲਓ ਜਾਂ ਮੰਦਾ ਕਰ ਲਓ। ਮਾਰੂ ਰਾਗ ਅੰਦਰ ਨਾਵੇਂ ਪਾਤਸ਼ਾਹ ਮਹਾਰਾਜ ਸਾਹਿਬ ਦਾ ਤੀਜਾ ਸ਼ਬਦ ਹੈ, ਸਾਰ ਨਹੀਂ ਕੀਤਾ।
ਭਾਈ ਪ੍ਰਤਾਰ ਸਿੰਘ ਜੀ ਦਾ ਹੁਕਮ ਆ, ਥੋੜੇ ਤੁਰੇ ਚਲੀਏ, ਪੈਂਡਾ ਲੰਮਾ ਚੌੜਾ ਜ਼ਿੰਦਗੀ ਦਾ ਪਤਾ ਨਹੀਂ। ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ, ਮਾਇਆ ਕੇ ਮਾਦ ਜਨਮ ਸਰਾਇਓ, ਰਾਮ ਭਜਨ ਨਹੀਂ ਲਾਗਿਓ। ਮਾਈ ਹੈ ਭਾਈ ਮੇਰੀ ਮਾਂ, ਹੈ ਗੁਰੂ ਪਿਆਰਿਆ, ਹੈ ਸਾਥੀ, ਮੈਂ ਮਨ ਦਾ ਮਾਣ ਨਹੀਂ ਤਿਆਗਿਆ। ਮਾਣ ਜੌਕਤ ਪਾਵੇ ਤੋ ਗਰਭ ਕਰਤ ਹੈ, ਮਾਇਆ ਗਈ ਤਬ ਰੋਮਣ ਲਗਤ ਹੈ। ਆਪਤ ਕੋ ਹਰਖ ਸੋ ਆਉਂਦੀ ਆ ਤੇ ਹਰ ਖੁਸ਼ੀ, ਜਾਪਤ ਕੋ ਰੋਵਤ, ਇਹ ਦੁੱਖ ਸੁੱਖ ਨਾਲੇ ਲੱਗਾ। ਕੋਈ ਵਸਤੂ ਆਉਂਦੀ ਹੈ ਤੇ ਖੁਸ਼ੀ ਹੈ, ਜਾਂਦੀ ਆ ਤੇ ਗਮੀ ਹੈ, ਇਹ ਹਾਲਾਤ ਬਣੀ ਹੈ। ਜੌਕਤ ਪਾਵੇ ਤੇ ਗਰਭ ਮਾਣ ਪਹਿਲੋਂ ਹੀ ਨਾਲ ਆ ਜਾਂਦਾ ਹੈ, ਮੈਂ ਕੀਤਾ ਮੈਂ ਕੀਤਾ, ਰੱਬ ਨੇ ਕੀਤਾ ਨਹੀਂ। ਮਾਈ ਮੈਂ ਮਨ ਕਾ ਮਾਨ ਨਹੀਂ ਤਿਆਗਿਆ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਕਹੋ ਨਾਨਕ ਲੇਹ ਫਲ ਜੋ ਕੁੰਚੇ ਇਸ਼ਨਾਨ, ਲੇਹ ਪਰ ਜਾਤ ਇਹ ਜੋ ਕੁੰਚੇ ਇਸ਼ਨਾਨ। ਹਾਥੀ ਦਾ ਇਸ਼ਨਾਨ ਪਾਣੀ 'ਚ ਕਰਵਾਉਂਦੇ ਨੇ, ਬਾਹਰ ਨਿਕਲ ਕੇ ਆਪਣੀ ਸੁਣਦਾ ਕਿ ਆਪਣੇ ਤੇ ਆਪ ਹੀ ਪਾ ਲੈਂਦਾ ਹੈ। ਤੀਰਥ ਨਹਾ ਲਿਆ, ਵਰਤ ਰੱਖ ਲਏ ਤੇ ਵਿਅਰਥ ਚਲੇ ਗਏ ਜਿਨ੍ਹਾਂ ਨੇ ਮਾਣ ਕਰ ਲਿਆ। ਕਾਮ ਕਰੋ ਰੋਮ ਹੰਕਾਰ, ਪੰਜੇ ਘੱਟ ਕੋਈ ਵੀ ਨਹੀਂ ਇਹਨਾਂ 'ਚੋਂ। ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ, ਤੁਸੀਂ ਮਾਣ ਤਿਆਗ ਦਿੱਤਾ, ਮਾਣ ਛੱਡ ਦਿੱਤਾ। ਮੇਰੀ ਮੇਰੀ ਧਾਰੀ ਉਹਾ ਪੈਰ ਲੋਹਾਰੀ, ਲੋਹੇ ਦੀ ਬੇੜੀ, ਮਾਇਆ ਕੇ ਅਮਰ ਜਨਮ ਸਰਾਇਓ, ਰਾਮ ਭਜਨ ਨਹੀਂ ਲਾਗਿਓ। ਸਿਰਜ ਗਿਆ ਜਨਮ ਲੰਘ ਗਿਆ ਹੱਥੋਂ। ਸੋ ਇਸ ਪ੍ਰਕਾਰ ਦੀ ਹਾਲਾਤ ਬਣੀ ਹੈ। ਸੋ ਮਾਇਆ ਦੇ ਮਗਰ ਲੱਗ ਕਰਕੇ ਰਾਮ ਨਾਮ ਜਾ ਆਪ ਜੀ ਕਹਿੰਦੇ ਹਨ, ਮਨ ਕੋ ਮਾਨ ਨਾ ਮਾਇਆ ਕੇ ਮਦ ਮਸਤੀ ਵਿੱਚ, ਮਦ ਹੰਕਾਰ ਵਿੱਚ, ਮਦ ਸ਼ਰਾਬ ਦੇ ਨਸ਼ੇ ਵਿੱਚ, ਮਾਇਆ ਦੇ ਨਸ਼ੇ ਵਿੱਚ ਜਨਮ ਸਰਾਇਓ, ਸਿਰਜ ਗਿਆ ਜਨਮ ਲੰਘ ਗਿਆ। ਦਿਨ ਤੇ ਪਹਿਰ ਪਹਿਰ ਤੇ ਘੜੀਆਂ, ਆਪ ਘਟੇ ਤਨ ਸੀਜੇ, ਕਾਲਾ ਹੇਰੀ ਫਿਰੇ ਬਤਕ ਜੋ ਕਹੋ ਕੌਣ ਬਿਦ ਕੀਜੇ ਦੀ ਹਾਲਾਤ ਬਣੀ। ਰਾਮ ਭਜਨ ਨਹੀਂ ਲਾਗਿਓ, ਰਾਮ ਨਾਮ ਰਮੇ ਹੋਏ ਪਰਮੇਸ਼ਰ ਅਕਾਲ ਪੁਰਖ ਦਾ ਹੈ, ਕਿਸੇ ਬੰਦੇ ਦਾ ਨਹੀਂ। ਸੋ ਉਹਦੇ ਨਾਲ ਤੇਰਾ ਚਿੱਤ ਨਹੀਂ ਲੱਗਾ, ਰਾਮ ਨਾਲ ਮਨ ਨਹੀਂ ਜੋੜਿਆ, ਮਨ ਵਿੱਚ ਨਹੀਂ ਖੁੱਭਿਆ। ਉੱਪਰਲੇ ਮਨੋਂ ਭਾਵੇਂ ਤੂੰ ਕਹਿ ਸੁਣ ਲਿਆ ਹੋਵੇ, ਰਹਾਉ ਵਿਸਰਾਮ ਦਿੰਦੇ, ਫਿਰ ਕੀ ਹੋਵੇਗਾ ਅੰਤ ਨੂੰ। ਜਮ ਕੋ ਡੰਡ ਪਰਿਓ ਸਿਰ ਉੱਪਰ, ਤਬ ਸੋਵਤ ਤੈਂ ਜਾਗਿਓ। ਮੋਹ ਮਮਤਾ ਦੀ ਨੀਂਦ ਵਿੱਚ, ਅਵਿਦਿਆ ਦੀ ਨੀਂਦ ਵਿੱਚ, ਹੰਕਾਰ ਵਿੱਚ ਸੁੱਤਿਆ ਹੋਇਆ। ਜਮਾਂ ਦਾ ਡੰਡਾ ਜਦੋਂ ਆ ਕੇ ਸਿਰ ਉੱਪਰ ਵੱਜਿਆ, ਤਬ ਤੇਰੀ ਜਾਗ ਖੁੱਲ੍ਹੀ। ਜਦੋਂ ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਨ ਦੀ ਹਾਲਾਤ ਬਣ ਗਈ। ਜਰਾ ਉਪਾਉ ਨਾ ਹੋ ਸਕੇ, ਜਰਾ ਆਪਤ ਕੇ ਮਾਹੇ, ਭਵ ਸਾਗਰ ਕੇ ਤਰਨ ਕਹੋ, ਤਰਨ ਅਵਸਥਾ ਆਹੀ। ਤਰਨ ਜਵਾਨ ਅਵਸਥਾ ਨੂੰ ਕਹਿੰਦੇ ਹੈ। ਤੇ ਜਰਾ ਜਿੰਨਾ ਉਹ ਪਾਓ ਯਤਨ ਤੇਰਾ ਸਫਲਾ ਨਹੀਂ ਹੋਣਾ। ਜਦੋਂ ਜਰਾ ਵਡੇਪਾ ਆ ਗਿਆ ਤੇ ਤੂੰ ਜਰਾ ਭਾਵ ਜਵਾਨੀ ਵੇਲੇ ਤੇ ਕੁਛ ਨਹੀਂ ਕੀਤਾ, ਤੇ ਬਾਲਕ ਅਵਸਥਾ ਅਗਿਆਨ ਤੋਂ ਲੰਘ ਗਈ। 10 ਬਲ ਤਣ 20 ਸਵਣ, 30 ਸਕਾ ਸੁੰਦਰ ਕਹਾਵੇ, 40 ਸੀਪਰ ਹੋਏ, 85 ਪੱਖ ਹਿੱਸੇ, 60 ਕੇ ਵਡੇਪਾ ਆਵੇ। 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ। ਨਵੇਂ ਕਾ ਸੇ ਜਾਸਣੀ, ਮੂਲ ਨਾ ਜਾਣੇ ਆਪ ਬਲ। ਢੰਡੋਲਮ ਢੁੰਡਮ ਡਿੱਠ ਮੈਂ ਨਾਮ ਜਗ ਧੂਏ ਕਤੌਰ। ਹਰ ਜ਼ਿੰਦਗੀ ਇਸ ਤਰ੍ਹਾਂ ਲੰਘ ਗਈ ਕਈਆਂ ਦੀ, ਸਾਡੀ ਵੀ ਲੰਘਦੀ ਜਾਂਦੀ ਹੈ। ਸੋ ਕਦੋਂ ਜਾਗ ਖੁੱਲੂਗੀ ਜੋ ਜਮਾਂ ਦਾ ਡੰਡਾ ਸਿਰ 'ਤੇ ਆ ਕੇ ਵੱਜਿਆ। ਅੱਖਾਂ ਦੀ ਜੋਤ ਚਲੇ ਗਈ, ਕੰਨਾਂ ਦੀ ਸਰੋਤ ਚਲੇ ਗਈ। ਸਪਤ ਪਤਾਲ ਕੀ ਬਾਣੀ, 7ਵੇਂ ਪਤਾਲ ਜਿਵੇਂ ਕੋਈ ਬੋਲਦਾ ਹੋਵੇ। ਸਿਰ ਕੰਮਣ ਲੱਗ ਗਿਆ, ਪੈਰ ਸਿੱਧੇ ਤੁਰਨੋਂ ਰਹਿ ਗਏ। ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਨ। ਹਲਾਰ ਜਦੋਂ ਹੋ ਗਈ ਉਦੋਂ ਜਾਗ ਖੁੱਲੂਗੀ। ਫਿਰ ਤੈਨੂੰ ਪਾਓ ਕੋਈ ਯਤਨ ਸਫਲਾ ਨਹੀਂ ਹੋਣਾ। ਇਹ ਤਰਨ ਅਵਸਥਾ ਹੀ ਸੰਸਾਰ ਸਾਗਰ ਤਰਨ ਵਾਸਤੇ। ਵਿਰਾਗ ਸ਼ਤਕ ਵਾਲਾ ਇਵੇਂ ਲਿਖਦਾ, ਕਹਾਂ ਹੋਤ ਅਬ ਕੇ ਪਛਤਾਏ, ਛੁਟਤ ਨਾਹੀਂ ਨ ਭਾਗਿਓ। ਕਹਾਂ ਫਿਰ ਕੀ ਹੋਵੇਗਾ, ਪਛਤਾਤਾਪ ਕਰੇਗਾ, ਹੱਥ ਮਲੇਗਾ, ਕੁਛ ਵੀ ਨਹੀਂ ਹੋਣਾ, ਕੁਛ ਨਹੀਂ ਪੱਲੇ ਰਹਿਣਾ, ਨਹੀਂ ਛੁਟਕਾਰਾ ਹੋਣਾ। ਕਿੱਧਰ ਭੱਜ ਜਾਵੇਗਾ, ਨੇ ਭਾਗਿਓ, ਭਾਗਾਂ ਤੋਂ ਹੋਣੀਆਂ, ਫਿਰ ਕਿੱਧਰ ਭੱਜ ਜਾਵੇਗਾ, ਨੇ ਭੱਜਣ ਨਹੀਂ ਦੇਣਾ। ਉਹਨਾਂ ਤਗੜੇ ਹੱਥ ਪਾਉਣੇ ਨੇ ਜਮਾਂ ਨੇ, ਉਹਨਾਂ ਤੋਂ ਬਚਣ ਲਈ, ਉਹਨਾਂ ਜੰਜੀਰਾਂ ਨੂੰ ਕੱਟਣ ਲਈ। ਹੁਣ ਗਾਉਣ ਧਾਰਨ ਕਰ ਦੇ ਔਗਣ ਛੱਡ। ਧੰਨ ਗੁਰੂ ਨਾਨਕ ਪਾਤਸ਼ਾਹ ਨਾਨਕੀ ਔਗਣ, ਜੇ ਤੇੜੇ ਤੇ ਗਲੀ ਜੰਜੀਰ। ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਅੱਗੇ ਗਏ ਨ ਮੰਨੀਆਂ, ਮਾਰ ਕੱਢੋ ਵੇ ਪੀਰ। ਸੋਰ ਫਰਾਗ 'ਚ ਪੜ੍ਹ ਲਿਓ ਗੁਰੂ ਨਾਨਕ ਪਾਤਸ਼ਾਹ ਦੇ ਬਚਨ।
ਔਗੁਣਾਂ ਦਾ ਤਿਆਗ ਕਰੋ ਅਤੇ ਗੁਣਾਂ ਨੂੰ ਧਾਰਨ ਕਰੋ। ਇਹਦੇ ਭੱਜਿਆ ਨਹੀਂ ਜਾਣਾ, ਬਚਿਆ ਨਹੀਂ ਜਾਣਾ। ਹੁਣ ਹੀ ਵੇਲਾ ਸਮਾਂ ਹੈ, ਖਾਸ ਕਰਕੇ ਜ਼ਿੰਦਗੀ ਦਾ ਸੁਨਹਿਰੀ ਸਮਾਂ ਜਵਾਨੀ ਵਾਲਾ ਅਵਸਥਾ ਹੈ। ਇਹ ਚਿੰਤਾ ਉਪਜੀ ਘਾ ਜਬ ਘਾ ਘਟ ਮੈਂ ਹੈ, ਜਬ ਗੁਰ ਚਰਨ ਅਨਰਾਗਿਓ। ਇਹ ਚਿੰਤਾ ਉਪਜੀ ਪੈਦਾ ਹੋਈ ਘਟ ਅੰਧਿਸ਼ ਕਰਨ ਵਿੱਚ ਹਰ ਇੱਕ ਨੂੰ ਨਹੀਂ। ਭਾਗਾਂ ਵਾਲੀਆਂ ਆਤਮਾ ਨੂੰ ਮਾ ਆਖੀ ਕੇਰੇ ਮਟ ਕੇ ਗਲ ਪਲ ਪਲ ਗਈ ਬਿਹਾਈ। ਸੋ ਅੱਖ ਮੀਟ ਖੋਲ੍ਹਣਾ ਕਿੰਨਾ ਕੁ ਸਮਾਂ ਹੈ, ਪਲ ਹੱਥੋਂ ਨਿਕਲਦਾ ਜਾਂਦਾ ਹੈ। ਛਿਨ ਇਹ ਸਾਰਾ ਸਮਾਂ ਫਿਰ ਹੱਥ ਨਹੀਂ ਆਉਣਾ। ਚਰਨਨ ਗੁਰੂ ਦੇ ਪਵਿੱਤਰ ਚਰਨ ਨਾਮ ਸ਼ਬਦ ਰੂਪੀ ਅਨਰਾਗਿਓ। ਨਾਮ ਪ੍ਰੇਮੀ ਦਾ ਪ੍ਰੇਮੀ ਹੋ ਕੇ ਨਾਮ ਨਾ ਗੁਰੂ ਸ਼ਬਦ ਨਾਲ ਤੈਨੂੰ ਜੁੜ ਜਾਣਾ ਚਾਹੀਦਾ, ਲਾਹ ਲੈਣਾ ਚਾਹੀਦਾ। ਆਖਰੀ ਪੰਕਤੀਆਂ ਹਜ਼ੂਰ ਦੀਆਂ। ਸਫਲ ਜਨਮ ਨਾਨਕ ਤਬ ਹੁਆ, ਜੋ ਪ੍ਰਭ ਜਸ ਮੈਂ ਪਾਗਿਓ। ਸਫਲ ਜਨਮ, ਸਫਲਾ ਜਨਮ ਤਾਂ ਤੇਰਾ ਹੋਵੇਗਾ। ਹਰੀ ਦਾ ਜਸ ਜੇ ਪੈ ਗਿਆ ਤੇਰੇ ਬੁੱਧੀ ਰੂਪੀ ਪੱਲੇ, ਜੇ ਤੂੰ ਸੁਣ ਲਈ ਤੈਨੂੰ ਚਾਅ ਚੜ੍ਹ ਗਿਆ ਕਿ ਸਮਾਂ ਲੰਘ ਨਾ ਜਾਵੇ। ਇਸ ਪ੍ਰਕਾਰ ਵੱਧ ਤੋਂ ਵੱਧ ਲਾਹਾ ਲੈ ਲਵਾਂ ਅਤੇ ਵੱਧ ਤੋਂ ਵੱਧ ਕਹਿ ਲਵਾਂ ਅਤੇ ਸੁਣ ਕੇ ਤੇ ਕਮਾ ਲਵਾਂ। ਸੋ ਇਹ ਉਹਦਾ ਜਨਮ ਸਫਲਾ ਹੋਵੇਗਾ, ਦੂਜਿਆਂ ਦਾ ਨਹੀਂ ਹੋਣਾ। ਇਸ ਕਰਕੇ ਭਾਗਾਂ ਵਾਲਿਓ, ਤੁਸੀਂ ਕਿਸੇ ਦੇ ਬੱਧੇ ਨਹੀਂ ਗੁਰੂ ਚਰਨਾਂ 'ਤੇ ਆਏ, ਸਰਦਾ ਨਾ ਆਏ ਹੋ। ਸਤਿਗੁਰੂ ਕਿਰਪਾ ਕਰਨ ਸਾਰਿਆਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰ ਲੈਣ। ਇੱਥੇ ਕਿਸੇ ਦੀ ਖੁਸ਼ਾਮਦੀ ਨਹੀਂ, ਇੱਥੇ ਕਿਸੇ ਨੂੰ ਕੋਈ ਲਾਲਚ ਨਹੀਂ, ਇੱਥੇ ਕਿਸੇ ਦਾ ਕੋਈ ਡਰ ਨਹੀਂ, ਇੱਥੇ ਕੋਈ ਵੇਖੋ ਵੇਖੀ ਨਹੀਂ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਛੇਤੀ ਖੁਸ਼ੀ ਸਵਾਰੀਏ ਨਾਨਕਾਰ। ਸਾਲ ਇਹ ਹੈ ਧਰਮਸ਼ਾਲਾ, ਸਾਲ ਸਥਾਨ ਧਰਮ ਦਾ, ਜਿਹਨੂੰ ਹੁਣ ਗੁਰੂਦੁਆਰਾ ਕਹਿੰਦੇ ਹੈ। ਭਾਗਾਂ ਵਾਲੀ ਆਤਮਾ ਪ੍ਰਬੰਧਕ ਚੰਗੀ ਤਰ੍ਹਾਂ ਪ੍ਰਬੰਧ ਚਲਾਉਂਦੇ ਨੇ, ਗਰੀਬ ਨਵਾਜ ਕਿਰਪਾ ਕਰਦੇ ਨੇ। ਮਹਾਰਾਜ ਸਾਹਿਬ ਕਿਰਪਾ ਕਰਨ। ਇਹ ਡਿਊਟੀ ਭਾਵੇਂ ਭਾਈ ਕਰਤਾਰ ਸਿੰਘ ਦੀ ਲਈ ਹੀ ਗਾਹੇ ਬਗਾਹੇ ਦਾਸ ਹਾਜ਼ਰ ਹੈ। ਉਹਨਾਂ ਦੇ ਘਰੋਂ ਪਤਨੀ ਢਿੱਲੀ ਹੋਣ ਦੇ ਕਾਰਨ ਦਾਸ ਨੂੰ ਸਮਾਂ ਲਾਉਣਾ ਪਿਆ। ਸਾਰੀ ਸੰਗਤ ਬੇਨਤੀ ਕਰੋ, ਅਸ਼ੀਰਵਾਦ ਦਿਓ। ਉਹ ਵੀਰ ਸਾਡੇ ਤੋਂ ਵਿਛੜ ਕੇ ਅਤੇ ਬਾਣੇ ਆਉਂਦਾ ਜ਼ਰੂਰ। ਧਰਮ ਪਤਨੀ ਅਰਧੰਗੀ ਇੱਕ ਅੰਗ ਸਰੀਰ ਦਾ ਹਿੱਸਾ। ਕਰਮ ਸਾਂਝੇ ਨੇ, ਦੁੱਖ ਸੁੱਖ ਸਾਂਝੇ ਨੇ, ਗਰੀਬੀ ਅਮੀਰੀ ਸਾਂਝੀ ਹੈ, ਨਰਕ ਸੁਰਕ ਸਾਂਝੇ ਨੇ। ਇੰਨਾ ਹੀ ਪਿਆਰ ਹੋਣਾ ਚਾਹੀਦਾ ਹੈ। ਇਸ ਪ੍ਰਕਾਰ ਏਕ ਜੋਤ ਦੋਏ ਮੂਰਤੀ ਧਨ ਪਰ ਕਹੀਏ ਸੋਏ। ਪਿਆਰ ਨਾਲ ਸੇਵਾ 'ਤੇ ਲੱਗੇ ਹੋਏ ਨੇ। ਮਹਾਰਾਜ ਜ਼ਿੰਦਗੀ ਬਖਸ਼ਣ ਉਸ ਬੀਬੀ ਨੂੰ। ਅੰਤ 'ਤੇ ਹਰ ਇੱਕ ਦਾ ਆਉਣਾ ਹੈ, ਸਾਡਾ ਕੀ ਪਤਾ ਕਦੋਂ ਕਿਸ ਦਾ ਆਉਣਾ ਹੈ। ਕਿਆ ਪ੍ਰਭਾਸ਼ਾ ਇਸ ਭਾਂਡੇ ਕਾ, ਇਤਨਕ ਲਾਗੇ ਠਰਕਾ। ਜਿੰਨਾ ਚਿਰ ਸਵਾਸ ਚੱਲਦੇ ਨੇ, ਸਰੀਰ ਸਾਥ ਦਿੰਦਾ ਹੈ, ਉਹਨਾਂ ਚਿਰ ਉੱਠਦੇ ਬਹਿੰਦੇ ਸੌਂਦੇ ਉੱਚੀ ਨੀਵੀਂ ਆਵਾਜ਼ ਵਿੱਚ ਜਪੋ ਸਤਨਾਮ ਵਾਹਿ ਸਤ ਸਤਨਾਮ ਸਤਨਾਮ ਵਾਹਿਗੁਰੂ। ਸਤਨਾਮ ਵਾਹਿ